ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਕਿ ਸਾਈਨਸ ਆਫ ਟ੍ਰਿਗਨੋਮੈਟ੍ਰਿਕ ਫੰਕਸ਼ਨਸ। ਟ੍ਰਿਗਨੋਮੈਟ੍ਰਿਕ ਰੇਸ਼ੋਜ਼ ਹੈ ਜਿਹੜੇ ਉਹਨਾਂ ਦੇ ਸਾਈਨ ਕਿਸ ਤਰੀਕੇ ਨਾਲ ਹੁੰਦੇ ਨੇ, ਚੇਂਜ ਹੁੰਦੇ ਆ, ਕੀ ਹੁੰਦਾ ਹੈ ਕੀ ਨਹੀਂ ਹੁੰਦਾ, ਉਹਦੇ ਬਾਰੇ ਆਪਾਂ ਅੱਜ ਡਿਸਕਸ ਕਰਨਾ ਹੈ। ਤਾਂ ਆਪਾਂ ਸਭ ਤੋਂ ਪਹਿਲਾਂ ਉਹੀ ਗੱਲ ਕਰ ਲਈਏ। ਆਹ ਦੇਖੋ, ਇਸ ਤਰ੍ਹਾਂ ਆਪਣੇ ਕੋਲੇ ਜਦੋਂ ਆਪਾਂ ਪਿਛਲੇ ਸਾਲ ਗ੍ਰਾਫ ਬਣਾਉਂਦੇ ਹੁੰਦੇ ਸੀ ਤਾਂ ਸਾਡੇ ਕੋਲੇ ਹੁੰਦਾ ਸੀ ਇਸ ਤਰ੍ਹਾਂ ਐਕਸ ਐਕਸਿਸ ਹੈ, ਆ ਵਾਈ ਐਕਸਿਸ ਹੈ, ਠੀਕ ਹੈ ਨਾ। ਐਕਸ ਐਕਸਿਸ ਨੂੰ ਜੇ ਅਸੀਂ ਇਨੀਸ਼ੀਅਲ ਸਾਈਡ ਮੰਨ ਲਈਏ ਐਂਗਲ ਦੀ, ਜਿਹੜੀ ਆਪਾਂ ਥੀਟਾ ਜਿਹਦਾ ਅਸੀਂ ਗਾਂ ਕਹਿ ਲਓ ਵੀ ਟ੍ਰਿਗਨੋਮੈਟ੍ਰਿਕ ਰੇਸ਼ੋ ਫਾਈਂਡ ਕਰਨਾ ਹੈ, ਆ ਉਹਦੀ ਇਨੀਸ਼ੀਅਲ ਲਾਈਨ ਹੈ। ਤੇ ਦੂਸਰੀ ਜਿਹੜੀ ਟਰਮੀਨਲ ਲਾਈਨ ਵੀ ਹੈ ਉਹ ਵੀ ਇਹਦੇ ਉੱਤੇ ਹੀ ਹੈ, ਤਾਂ ਇਹ ਐਂਗਲ 0 ਡਿਗਰੀ ਦਾ ਬਣਿਆ ਹੋਇਆ ਇਸ ਵੇਲੇ। ਤਾਂ ਤੁਹਾਨੂੰ ਪਤਾ ਹੈ ਸਾਈਨ 0 ਆ, ਤੁਹਾਨੂੰ ਇੱਥੇ ਵੈਲਿਊਜ਼ ਨਜ਼ਰ ਆ ਰਹੀਆਂ ਹੋਣਗੀਆਂ। ਸਾਈਨ 0 ਦੀ ਵੈਲਿਊ 0 ਹੁੰਦੀ ਹੈ, cos 0 ਦੀ ਵੈਲਿਊ 1 ਹੁੰਦੀ ਹੈ, tan 0 ਦੀ 0 ਹੁੰਦੀ ਹੈ, cosec 0 ਦੀ ਨਾਟ ਡਿਫਾਈਨ ਹੁੰਦੀ ਹੈ, sec 0 ਦੀ 1 ਹੁੰਦੀ ਹੈ, ਤੇ cot 0 ਦੀ ਨਾਟ ਡਿਫਾਈਨ ਹੁੰਦੀ ਹੈ, ਠੀਕ ਹੈ ਨਾ। ਹੁਣ ਜਿਵੇਂ ਜਿਵੇਂ ਟਰਮੀਨਲ ਲਾਈਨ ਆਪਾਂ ਇੱਧਰ ਨੂੰ ਲਿਜਾਵਾਂਗੇ ਇਸ ਤਰੀਕੇ ਨਾਲ, ਇੱਥੇ ਪਹੁੰਚ ਕੇ ਐਂਗਲ 90 ਡਿਗਰੀ ਦਾ ਹੋ ਜਾਊਗਾ, ਠੀਕ ਹੈ। ਇਸ ਤੋਂ ਗਾਂ ਇੱਧਰ ਨੂੰ ਚੱਲਦੇ ਆ ਤਾਂ ਇੱਥੇ ਆ ਕੇ 180 ਡਿਗਰੀ ਹੋ ਜਾਂਦਾ ਹੈ। ਫਿਰ ਜਿਵੇਂ ਟਰਮੀਨਲ ਲਾਈਨ ਹੋਰ ਅੱਗੇ ਨੂੰ ਮੂਵ ਕਰੇਗੀ, ਇੱਥੇ ਆ ਕੇ 270 ਦਾ ਹੋ ਜਾਣਾ, 270 ਡਿਗਰੀ ਦਾ ਐਂਗਲ। ਤੇ ਜਦੋਂ ਇੱਥੇ ਪੂਰਾ ਚੱਕਰ ਕੱਟ ਕੇ ਵਾਪਸ ਇੱਥੇ ਆਏਗੀ ਤਾਂ ਇੱਥੇ 360 ਡਿਗਰੀ ਦਾ ਐਂਗਲ ਬਣੇਗਾ। ਤਾਂ ਇਹ ਜਿਹੜੀ ਟਰਮੀਨਲ ਲਾਈਨ ਹੈ ਸਾਡੀ ਚਾਰੇ ਕੁਆਡਰੈਂਟਸ ਦੇ ਵਿੱਚ, ਫਸਟ ਕੁਆਡਰੈਂਟ, ਸੈਕੰਡ, ਥਰਡ, ਫੋਰਥ, ਪਹਿਲੀ ਚੌਥਾਈ, ਦੂਸਰੀ, ਤੀਸਰੀ, ਚੌਥੀ, ਜਿਵੇਂ ਜਿਵੇਂ ਇਹ ਲਾਈਨ ਇੱਧਰ ਨੂੰ ਮੂਵ ਕਰੇਗੀ ਉਸ ਹਿਸਾਬ ਨਾਲ ਇਹਨਾਂ ਦੀਆਂ ਵੈਲਿਊਜ਼ ਹੈ ਜਿਹੜੀਆਂ, ਉਹਨਾਂ ਦੇ ਵੈਲਿਊਜ਼ ਤੇ ਉਹਨਾਂ ਦੇ ਸਾਈਨ ਚੇਂਜ ਹੋਣਗੇ। ਤੁਸੀਂ ਨਜ਼ਰ ਰੱਖਿਓ ਇਸ ਗੱਲ ਤੇ। ਹੁਣ ਮੈਂ ਟਰਮੀਨਲ ਲਾਈਨ ਨੂੰ ਮੂਵ ਕਰਨ ਲੱਗਿਆ, ਦੇਖੋ ਆ ਦੇਖੋ ਐਂਗਲ ਜਿਵੇਂ ਜਿਵੇਂ ਵੱਧਦਾ ਜਾ ਰਿਹਾ ਹੈ। ਫਸਟ ਕੁਆਡਰੈਂਟ ਦੇ ਵਿੱਚ ਹਜੇ ਇਹ ਲਾਈਨ, ਫਸਟ ਕੁਆਡਰੈਂਟ ਤੁਸੀਂ ਚੈੱਕ ਕਰੋ, ਸਾਈਨ, cos, tan, cosec, sec ਸਭ ਦੀਆਂ ਵੈਲਿਊਜ਼ ਪੋਜ਼ਿਟਿਵ ਹੈ, ਕਿਸੇ ਦੀ ਵੀ ਵੈਲਿਊ ਨੈਗੇਟਿਵ ਨਹੀਂ ਹੈਗੀ। ਨਜ਼ਰ ਆ ਰਹੀ ਹੈ ਨਾ ਸਭ ਨੂੰ ਵੈਲਿਊਜ਼, ਇੱਥੋਂ ਪੋਜ਼ਿਟਿਵ ਵੈਲਿਊਜ਼ ਨੇ, ਸਭ ਦੀਆਂ ਪੋਜ਼ਿਟਿਵ ਵੈਲਿਊਜ਼ ਹੈ। ਇਸ ਤਰ੍ਹਾਂ ਇਹ ਵੱਧਦੇ ਵੱਧਦੇ ਐਂਗਲ ਦੇਖੋ 90 ਡਿਗਰੀ ਦਾ ਹੋ ਗਿਆ। 90 ਡਿਗਰੀ ਤੇ ਤੁਹਾਨੂੰ ਪਤਾ ਕਿੱਦਾਂ ਦੀਆਂ ਵੈਲਿਊਜ਼ ਨੇ, ਸਾਈਨ ਦੀ ਵੈਲਿਊ 1 ਹੁੰਦੀ ਹੈ, cosec ਦੀ 1 ਹੁੰਦੀ ਹੈ, cos ਦੀ 0 ਹੁੰਦੀ ਹੈ, tan ਦੀ ਨਾਟ ਡਿਫਾਈਨ ਹੁੰਦੀ ਹੈ, ਇਸ ਤਰੀਕੇ ਨਾਲ। ਹੁਣ ਇਸ ਤੋਂ ਅਗਾਂਹ ਜਦੋਂ ਜਿਵੇਂ ਵੈਲਿਊਜ਼ ਵੱਧ ਰਹੀਆਂ, ਸੈਕੰਡ ਕੁਆਡਰੈਂਟ 'ਚ ਆਪਾਂ ਹੁਣ ਐਂਟਰ ਕਰ ਗਏ। ਸੈਕੰਡ ਕੁਆਡਰੈਂਟ 'ਚ ਤੁਸੀਂ ਚੈੱਕ ਕਰੋ ਵੈਲਿਊਜ਼ ਨੈਗੇਟਿਵ ਹੋਣੀਆਂ ਸ਼ੁਰੂ ਹੋ ਗਈਆਂ। ਜੇ ਤੁਹਾਨੂੰ ਨਜ਼ਰ ਨਹੀਂ ਆਉਂਦਾ, ਥੋੜਾ ਮੈਨੂੰ ਵੱਡਾ ਕਰ ਸਕਦੇ ਹਾਂ, 1 ਮਿੰਟ ਹੋਲਡ ਕਰੋ। ਹੁਣ ਦੇਖੋ ਸਾਈਨ ਤੇ cosec ਪੋਜ਼ਿਟਿਵ ਹੈ, ਆ ਵੀ ਨੈਗੇਟਿਵ, ਆ ਵੀ ਨੈਗੇਟਿਵ, ਆ ਵੀ ਨੈਗੇਟਿਵ, ਆ ਵੀ ਨੈਗੇਟਿਵ। ਯਾਨੀ ਸੈਕੰਡ ਕੁਆਡਰੈਂਟ ਦੇ ਵਿੱਚ ਜਿੰਨਾ ਚਿਰ ਇਹ ਰਹੇਗੀ ਟਰਮੀਨਲ ਲਾਈਨ, ਆ ਐਂਗਲ ਜਦੋਂ ਜਿੰਨਾ ਚਿਰ ਕਹਿ ਲਓ ਸੈਕੰਡ ਕੁਆਡਰੈਂਟ 'ਚ ਰਹਿਣ ਦਾ ਮਤਲਬ ਜਦੋਂ ਇਹਦਾ ਐਂਗਲ 90 ਤੋਂ ਲੈ ਕੇ 180 ਦੇ ਵਿਚਾਲੇ ਰਹੇਗਾ ਸੈਕੰਡ ਕੁਆਡਰੈਂਟ ਦੇ ਵਿੱਚ, ਤਾਂ ਜਿਹੜਾ ਸਾਈਨ ਤੇ cosec ਇੱਥੇ ਪੋਜ਼ਿਟਿਵ ਰਹੇਗਾ, ਬਾਕੀ ਸਭ ਦੀਆਂ ਵੈਲਿਊਜ਼ ਨੈਗੇਟਿਵ ਹੈ। ਦੇਖੋ ਨਜ਼ਰ ਆ ਰਹੀਆਂ ਹੈ ਨਾ। ਇਸੇ ਤਰ੍ਹਾਂ ਚੱਲਦੇ ਦੇਖੋ ਜਿੰਨਾ ਚਿਰ ਫਸਟ ਸੈਕੰਡ ਕੁਆਡਰੈਂਟ 'ਚ ਇਸੇ ਤਰੀਕੇ ਨਾਲ ਹੀ ਵੈਲਿਊਜ਼ ਰਹਿਣਗੀਆਂ, ਕੋਈ ਚੇਂਜ ਨਹੀਂ ਸਭ ਦੇ ਵਿੱਚ। ਸਾਈਨ ਦੇਖੋ, ਸਾਈਨ ਚੈੱਕ ਕਰੋ, ਵੈਲਿਊ ਤਾਂ ਜਿਵੇਂ ਜਿਵੇਂ ਐਂਗਲ ਚੇਂਜ ਹੋਏਗਾ ਵੈਲਿਊ ਤਾਂ ਚੇਂਜ ਹੋਏਗੀ, ਸਾਈਨ ਨਹੀਂ ਚੇਂਜ ਹੋਏਗਾ। ਆ ਹੁਣ ਥਰਡ ਕੁਆਡਰੈਂਟ 'ਚ ਐਂਟਰ ਕਰ ਗਿਆ ਆਪਾਂ ਨੇ। ਥਰਡ ਕੁਆਡਰੈਂਟ ਦੇ ਵਿੱਚ tan ਤੇ cot ਪੋਜ਼ਿਟਿਵ ਹੁੰਦੇ ਆ, ਬਾਕੀ ਸਭ ਨੈਗੇਟਿਵ ਹੁੰਦੇ ਆ। ਤਿੰਨੋਂ ਚਾਰੋਂ ਵੈਲਿਊਜ਼ ਨੈਗੇਟਿਵ ਨੇ, ਸਿਰਫ tan ਤੇ cot ਹੈ ਜਿਹੜਾ ਉਹ ਪੋਜ਼ਿਟਿਵ ਹੋ ਗਿਆ। ਹੁਣ ਐਂਗਲ ਕਿੰਨਾ ਹੋ ਜਾਏਗਾ? 180 ਤੋਂ ਵੱਡਾ, 180 ਤੋਂ ਵੱਡਾ ਤੇ 270 ਤੋਂ ਛੋਟਾ। 270 ਤੇ 180 ਦੇ ਵਿਚਾਲੇ ਜਦੋਂ ਐਂਗਲ ਰਹੇਗਾ, ਇਹ ਥਰਡ ਕੁਆਡਰੈਂਟ ਹੈ, ਤੇ ਥਰਡ ਕੁਆਡਰੈਂਟ ਦੇ ਵਿੱਚ tan ਤੇ cot ਪੋਜ਼ਿਟਿਵ ਹੋਣਗੇ, ਬਾਕੀ ਸਾਰੇ ਨੈਗੇਟਿਵ ਹੋਣਗੇ। ਇਸੇ ਤਰ੍ਹਾਂ ਅੱਗੇ ਵਧਦੇ ਹਾਂ, ਅੱਗੇ ਵੱਧ ਕੇ ਤੁਸੀਂ ਚੈੱਕ ਕਰੋ ਫੋਰਥ ਕੁਆਡਰੈਂਟ 'ਚ। ਫੋਰਥ ਕੁਆਡਰੈਂਟ 'ਚ cos ਤੇ ਉਹਦਾ ਉਲਟਾ sec, ਇਹ ਪੋਜ਼ਿਟਿਵ ਹੋਣਗੇ, ਬਾਕੀ ਸਾਰੇ ਨੈਗੇਟਿਵ। ਸੋ ਇਸ ਤਰੀਕੇ ਨਾਲ ਇਹ ਸਾਈਨ ਹੈ ਜਿਹੜੇ ਚੇਂਜ ਹੁੰਦੇ ਆ।
ਤਾਂ ਕਿਵੇਂ ਹੋਇਆ ਸੀ ਯਾਦ ਕਰੋ। ਫਸਟ ਕੁਆਡਰੈਂਟ 'ਚ ਸਾਰੇ ਪੋਜ਼ਿਟਿਵ ਸੀ, ਆਲ ਪੋਜ਼ਿਟਿਵ। ਸੈਕੰਡ ਕੁਆਡਰੈਂਟ 'ਚ ਸਾਈਨ ਤੇ ਉਹਦਾ ਉਲਟਾ ਕੋਸੈਕ ਪੋਜ਼ਿਟਿਵ ਸੀਗੇ। ਥਰਡ ਕੁਆਡਰੈਂਟ 'ਚ ਟੈਨ ਤੇ ਉਹਦਾ ਉਲਟਾ ਕਾਟ ਪੋਜ਼ਿਟਿਵ ਸੀਗੇ। ਫੋਰਥ ਕੁਆਡਰੈਂਟ 'ਚ ਸੈਕ ਤੇ ਸਾਈਨ ਕਾਸ ਤੇ ਉਹਦਾ ਉਲਟਾ ਜਿਹੜਾ ਸੈਕ ਹੈ ਉਹਦੇ ਨਾਲ ਪੋਜ਼ਿਟਿਵ ਸੀਗੇ। ਸੋ ਇਹ ਚੀਜ਼ ਦਾ ਧਿਆਨ ਰੱਖਣਾ। ਇਸੇ ਨੂੰ ਅਸੀਂ ਯੂਜ਼ ਕਰਾਂਗੇ ਅੱਗੇ ਕੁਐਸਚਨਸ ਕਰਨ ਲਈ। ਤਾਂ ਆਓ ਆਪਾਂ ਹੁਣ ਉੱਥੇ ਕੁਐਸਚਨਸ ਤੇ ਚੱਲਦੇ ਹਾਂ ਵਾਪਸ। ਤਾਂ ਕੀ ਹੋਈ ਸੀ ਗੱਲ, ਫਸਟ ਕੁਆਡਰੈਂਟ ਦੇ ਵਿੱਚ ਆਲ ਪੋਜ਼ਿਟਿਵ ਸੀਗੇ। ਕੀ ਸੀਗੇ? ਆਲ ਪੋਜ਼ਿਟਿਵ। ਤੇ ਸੈਕੰਡ ਕੁਆਡਰੈਂਟ ਦੇ ਵਿੱਚ ਕੀ ਹੋਇਆ ਸੀ ਯਾਦ ਕਰੋ, ਸਾਈਨ ਪੋਜ਼ਿਟਿਵ, ਸਾਈਨ ਤੇ ਉਹਦਾ ਉਲਟਾ ਕੋਸੈਕ। ਇਹ ਪੋਜ਼ਿਟਿਵ ਸੀ, ਬਾਕੀ ਸਾਰੇ ਨੈਗੇਟਿਵ ਸੀ। ਥਰਡ ਕੁਆਡਰੈਂਟ ਦੇ ਵਿੱਚ ਟੈਨ ਤੇ ਉਹਦਾ ਉਲਟਾ ਕਾਟ, ਇਹ ਪੋਜ਼ਿਟਿਵ ਸੀ। ਤੇ ਫੋਰਥ ਕੁਆਡਰੈਂਟ ਦੇ ਵਿੱਚ ਕਾਸ ਤੇ ਉਹਦਾ ਉਲਟਾ ਸੈਕ, ਇਹ ਪੋਜ਼ਿਟਿਵ ਸੀ। ਤਾਂ ਇਹਨੂੰ ਅਸੀਂ ਯਾਦ ਕਰਨ ਵਾਸਤੇ ਇਹਨਾਂ ਨੂੰ ਇਸ ਤਰ੍ਹਾਂ ਲਿਖ ਲੈਂਦੇ ਹਾਂ, ASTC, ਐਡ ਸ਼ੂਗਰ ਟੂ ਕਾਫੀ। ਯਾਦ ਕਰਨ ਵਾਸਤੇ ਐਡ ਸ਼ੂਗਰ ਟੂ ਕਾਫੀ, यानी फस्ट कुआड्रेंट च सारे पॉजिटिव, सैकेंड च साइन पॉजिटिव, थर्ड दे विच टैन पॉजिटिव ते फोर्थ दे विच कॉस। जिथे कोई साइन पॉजिटिव है तो उत्थे उहदा उल्टा भी नाल याद रखना। साइन दा उल्टा कॉसेक हुंदा, टैन दा उल्टा कॉट हुंदा ते कॉस दा उल्टा सैक हुंदा। जिथे ये चीज़ां उत्थे उन्हां दे उल्टे भी पॉजिटिव होणगे, बाकी सारे नैगेटिव होणगे। हुण आपां इहदे नाल रिलेटेड क्वेश्चन आ चीज़ इत्थे टेबल तुहाडे दे विच दित्ता होया, देखो बुक दे विच फस्ट कुआड्रेंट ਦੇ ਵਿੱਚ ਕੀ ਹੈ, ਸਾਰੇ ਪੋਜ਼ਿਟਿਵ ਹੈ, ਸਭ ਦੇ ਮੂਹਰੇ ਪੋਜ਼ਿਟਿਵ ਸਾਈਨ ਪਾਇਆ ਹੋਇਆ। ਸੈਕੰਡ ਕੁਆਡਰੈਂਟ ਦੇ ਵਿੱਚ ਸਾਈਨ ਤੇ ਕੋਸੈਕ ਪੋਜ਼ਿਟਿਵ ਹੁੰਦਾ, ਬਾਕੀ ਸਾਰੇ ਨੈਗੇਟਿਵ ਹੁੰਦੇ ਆ। ਥਰਡ ਕੁਆਡਰੈਂਟ ਦੇ ਵਿੱਚ ਟੈਨ ਤੇ ਕਾਟ ਪੋਜ਼ਿਟਿਵ ਹੁੰਦਾ, ਬਾਕੀ ਸਾਰੇ ਨੈਗੇਟਿਵ ਹੁੰਦੇ ਆ। ਤੇ ਫੋਰਥ ਕੁਆਡਰੈਂਟ 'ਚ ਕਾਸ ਤੇ ਸੈਕ ਪੋਜ਼ਿਟਿਵ ਹੈ, ਬਾਕੀ ਸਾਰੇ ਨੈਗੇਟਿਵ। ਹੁਣ ਆਪਾਂ ਇਹਦੇ ਨਾਲ ਰਿਲੇਟਡ ਇੱਕ ਦਾ ਕੁਐਸਚਨ ਕਰਕੇ ਫਿਰ ਆਪਾਂ ਅਗਲੀ ਗੱਲ ਕਰਾਂਗੇ। ਇਹਦੇ ਨਾਲ ਰਿਲੇਟਡ ਆ ਕੁਐਸਚਨ ਆ ਸਾਡੇ ਕੋਲ, ਐਗਜ਼ਾਮਪਲ 6 ਤੇ ਐਗਜ਼ਾਮਪਲ 7, ਦੋ ਕੁਐਸਚਨ। ठीक है ना, एच देखो की दिता है, इफ cos x इक्वल्स टू -3/5, x लाइज इन थर्ड क्वाड्रेंट। x की वैल्यू cos x लिखा हुआ है, cos x इक्वल्स टू सानू गिवन है कितना, cos x इक्वल्स टू -3/5। x की है थीटा की थां ते लिखा हुआ है, समझना भुलेखा ना करो। cos x का मतलब cos थीटा ही है, आ x थीटा की थां ते x लिखते हैं। ਤੇ x ਲਾਈਜ਼, x ਕਿਹੜੇ ਕੁਆਡਰੈਂਟ 'ਚ ਹੈ, ਥਰਡ ਕੁਆਡਰੈਂਟ 'ਚ। ਤਾਂ ਉਹ ਕਹਿੰਦੇ ਵੀ ਬਾਕੀ ਸਾਰੇ ਟ੍ਰਿਗਨੋਮੈਟ੍ਰਿਕ ਫਾਈਂਡ ਦਾ ਵੈਲਿਊਜ਼ ਆਫ ਅਦਰ 5 ਟ੍ਰਿਗਨੋਮੈਟ੍ਰਿਕ ਫੰਕਸ਼ਨਸ। ਬਾਕੀ ਦੇ ਜਿਹੜੇ 5 ਟ੍ਰਿਗਨੋਮੈਟ੍ਰਿਕ ਫੰਕਸ਼ਨਸ ਆ ਉਹਨਾਂ ਦੇ ਜਿਹੜੇ ਹੈਗੇ ਆ ਉਹ ਤੁਸੀਂ ਵੈਲਿਊਜ਼ ਫਾਈਂਡ ਕਰੋ। ਤਾਂ ਇਹਦੇ ਲਈ ਆਪਾਂ ਕੀ ਕਰਾਂਗੇ, ਇੱਦਾਂ ਟਰਾਇੰਗਲ ਬਣਾ ਲਾਂਗੇ। ट्रायंगल ਦੇ ਵਿੱਚ ਇੱਕ ਜਗ੍ਹਾ ਤੇ ਅਸੀਂ ਐਂਗਲ ਲੈ ਲਾਂਗੇ x, ਜਿਹੜਾ ਸਾਨੂੰ ਕਿਹਾ ਇਹਨੇ x ਐਂਗਲ ਕਿਹਾ ਤਾਂ x ਲੈ ਲਿਆ। ਹੁਣ ਸਾਨੂੰ ਦਿੱਤਾ ਹੋਇਆ cos ਦੀ ਵੈਲਿਊ 3/5, ਮਾਈਨਸ ਨੂੰ ਇੱਕ ਵਾਰੀ, ਇਹ ਤਾਂ ਥਰਡ ਕੁਆਡਰੈਂਟ ਨੂੰ ਸ਼ੋ ਕਰਦਾ ਵੀ ਥਰਡ ਕੁਆਡਰੈਂਟ, ਮਾਈਨਸ ਨੂੰ ਇੱਕ ਵਾਰੀ ਭੁੱਲ ਕੇ ਅਸੀਂ ਇਹਦੀ ਵੈਲਿਊ 3/5। 3 ਕੀ ਹੁੰਦਾ ਹੈ, cos x ਦੀ ਵੈਲਿਊ ਕੀ ਹੁੰਦੀ ਹੈ, cos ਥੀਟਾ ਕਾਹਦੇ ਇਕੁਅਲ ਹੁੰਦਾ, ਬੇਸ ਅਪੋਨ ਹਾਈਪੋਟੇਨਸ। ਹੁਣ ਇੱਥੇ ਖਿਆਲ ਕਰੋ, ਜਿਹੜਾ ਐਂਗਲ ਦਿੱਤਾ ਉਹਦੇ ਸਾਹਮਣੇ ਵਾਲਾ ਸਾਡੇ ਕੋਲੇ ਪਰਪੈਂਡੀਕੂਲਰ ਹੋਏਗਾ, ਸਾਹਮਣੇ ਵਾਲੀ ਸਾਈਡ, ਤੇ ਆ 90 ਦਾ ਐਂਗਲ ਹੈ, ਇਹਦੇ ਸਾਹਮਣੇ ਵਾਲਾ ਜਿਹੜਾ ਹੋਏਗਾ ਉਹ ਹਾਈਪੋਟੇਨਸ ਹੋਏਗਾ, ਤੇ ਜਿਹੜਾ ਰਹਿ ਗਿਆ ਉਹ ਬੇਸ ਹੋਏਗਾ। ਤਾਂ cos ਕਾਹਦੇ ਇਕੁਅਲ ਹੁੰਦਾ, ਤੁਹਾਨੂੰ ਯਾਦ ਹੋਣਾ ਚਾਹੀਦਾ, cos x ਦੀ ਵੈਲਿਊ ਬੇਸ ਅਪੋਨ ਹਾਈਪੋਟੇਨਸ ਹੁੰਦਾ। ਇਹਦੀ ਵੈਲਿਊ ਸਾਨੂੰ ਦਿੱਤੀ ਹੋਈ ਹੈ -3/5। ਤਾਂ ਅਸੀਂ ਕੀ ਕਰਾਂਗੇ, ਬੇਸ ਨੂੰ ਤਾਂ 3k ਲੈ ਲਾਂਗੇ, ਬੇਸ ਨੂੰ ਤਾਂ ਲੈ ਲਾਂਗੇ 3k, ਇਹਦੀ ਦਿੱਤੀ ਹੈ ਨਾ ਵੈਲਿਊ 3 ਉੱਪਰ, ਤੇ ਹਾਈਪੋਟੇਨਸ ਨੂੰ ਲੈ ਲਾਂਗੇ 5k। ਠੀਕ ਹੈ ਨਾ। ਹੁਣ ਅਸੀਂ ਇਹਦੀ ਪਰਪੈਂਡੀਕੂਲਰ ਦੀ ਵੈਲਿਊ ਕੱਢ ਲਈਏ। ਸਾਡੇ ਕੋਲੇ ਪਾਈਥਾਗੋਰਸ ਥਿਓਰਮ ਹੁੰਦੀ ਹੈ ਨਾ, ਉਹਦੇ ਨਾਲ ਉਹਦੀ ਹੈਲਪ ਲਵਾਂਗੇ ਜੀ। ਪਰਪੈਂਡੀਕੂਲਰ ਦਾ ਸਕੁਆਇਰ ਕਾਹਦੇ ਬਰਾਬਰ ਹੁੰਦਾ ਹੈ, ਹਾਈਪੋਟੇਨਸ ਦਾ ਸਕੁਆਇਰ ਮਾਈਨਸ ਬੇਸ ਦਾ ਸਕੁਆਇਰ। ਲੰਬ ਦਾ ਸਕੁਆਇਰ ਬਰਾਬਰ ਕਰਨ ਦਾ ਸਕੁਆਇਰ ਮਾਈਨਸ ਆਧਾਰ ਦਾ ਸਕੁਆਇਰ। ਤਾਂ ਇਹਦੇ 'ਚ ਵੈਲਿਊਜ਼ ਪੁੱਟ ਕਰ ਦਿਓ। ਹਾਈਪੋਟੇਨਸ ਦੀ ਵੈਲਿਊ ਸੀ ਕਿ 5k, ਇਹਦਾ ਸਕੁਆਇਰ ਹੋ ਗਿਆ, ਮਾਈਨਸ ਬੇਸ ਦੀ ਵੈਲਿਊ ਪੁੱਟ ਕਰ ਦਿਓ 3k,
ਇਹਦਾ ਵੀ ਸਕੁਆਇਰ ਹੋ ਗਿਆ ਤਾਂ ਇਹ ਆ ਜਾਊਗਾ 25k ਮਾਈਨਸ 9k ਤੇ ਇਕੁਅਲਸ ਟੂ ਕੀ ਹੋ ਜਾਏਗਾ 16k ਤੇ ਜਦੋਂ ਆਪਾਂ p ਦੀ ਵੈਲਿਊ ਫਾਈਂਡ ਕਰਾਂਗੇ ਤਾਂ ਉਹ ਆ ਜਾਊਗਾ ਇਹਦਾ ਸਕੁਆਇਰ ਰੂਟ k ਸਕੁਆਇਰ ਆਊਗਾ ਨਾਲ k ਸਕੁਆਇਰ ਤਾਂ 16k ਸਕੁਆਇਰ ਦਾ ਸਕੁਆਇਰ ਰੂਟ ਤਾਂ ਇਹਦੀ ਵੈਲਿਊ ਆ ਜਾਊਗੀ 4k ਪਲੱਸ ਮਾਈਨਸ ਨਹੀਂ ਲੈਣਾ ਕਿਉਂਕਿ ਪਰਪੈਂਡੀਕੂਲਰ ਹੈ ਕੀ ਹੈ ਡਿਸਟੈਂਸ ਹੈ ਤੇ ਡਿਸਟੈਂਸ ਕਦੇ ਨੈਗੇਟਿਵ ਨਹੀਂ ਹੁੰਦਾ ਇੱਕ ਵਾਰੀ ਅਸੀਂ ਇਹਨੂੰ ਪਲੱਸ ਲੈ ਕੇ ਸਮਝਾਂਗੇ ਸਾਰੀ ਗੱਲ ਤਾਂ ਹੁਣ ਦੇਖੋ ਅਸੀਂ ਬਾਕੀ ਦੀਆਂ ਵੈਲਿਊਜ਼ ਨੂੰ ਸਾਨੂੰ ਤਿੰਨੋਂ ਵੈਲਿਊਜ਼ ਪਤਾ ਹੈ ਤਿੰਨੋਂ ਸਾਈਡਸ ਪਤਾ ਚੱਲ ਗਈਆਂ ਦੀਆਂ ਆ 3k ਹੈ ਆ 5k ਹੈ ਤੇ ਆ 4k ਹੈ ਹੁਣ ਅਸੀਂ ਜਿਹੜਾ ਮਰਜ਼ੀ ਟ੍ਰਿਗਨੋਮੈਟ੍ਰਿਕ ਰੇਸ਼ੋ ਫਾਈਂਡ ਕਰ ਸਕਦੇ ਹਾਂ ਸਾਈਨ ਫਾਈਂਡ ਕਰੀਏ ਪਹਿਲਾਂ ਸਾਈਨ x ਦੀ ਵੈਲਿਊ ਥਰਡ ਕੁਆਡਰੈਂਟ 'ਚ ਤੁਸੀਂ ਯਾਦ ਕਰੋ ਸਾਈਨ x ਥਰਡ ਕੁਆਡਰੈਂਟ ਵੀ ਤਾਂ ਨਾਲ ਕਿਹਾ ਨਾ ਥਰਡ ਕੁਆਡਰੈਂਟ 'ਚ ਸਾਈਨ ਨੈਗੇਟਿਵ ਹੁੰਦਾ ਕਿ ਪੋਜ਼ਿਟਿਵ ਹੁੰਦਾ ਥਰਡ ਦੇ ਵਿੱਚ ਕਿਹੜੇ ਪੋਜ਼ਿਟਿਵ ਹੁੰਦੇ ਆ tan ਤੇ cot ਪੋਜ਼ਿਟਿਵ ਹੁੰਦੇ ਆ ਤਾਂ ਬਾਕੀ ਸਾਰੇ ਨੈਗੇਟਿਵ ਹੋ ਯਾਨੀ ਇਹਦੇ ਨਾਲ ਨੈਗੇਟਿਵ ਪਏਗਾ ਸਾਈਨ 9 ਮਾਈਨਸ ਆ ਜਾਊਗਾ ਇਹ ਆ ਜਾਊਗਾ ਪਰਪੈਂਡੀਕੂਲਰ ਓਵਰ ਹਾਈਪੋਟੇਨਸ ਹੈ ਨਾ ਲੰਬ ਬਟੇ ਕਰਨ ਤਾਂ ਇਹ ਹੋ ਜਾਊਗਾ ਮਾਈਨਸ ਲੰਬ ਕਿੰਨਾ 4k ਤੇ ਕਰਨ ਕਿੰਨਾ 5k k ਨਾਲ k ਕੈਂਸਲ ਹੋ ਗਿਆ ਕੀ ਰਹਿ ਗਿਆ -4/5 ਐਸੇ ਤਰ੍ਹਾਂ ਅਗਲਾ ਜਿਹੜਾ ਹੈਗਾ ਸਾਈਨ ਤੋਂ ਬਾਅਦ cos ਸਾਨੂੰ ਗਿਵਨ ਨਹੀਂ ਸੀ ਉਹਦਾ ਕੱਢਣ ਦੀ ਜ਼ਰੂਰਤ ਨਹੀਂ cos ਤੋਂ ਬਾਅਦ ਆ ਜਾਊਗਾ tan x ਹੁੰਦਾ ਪਰਪੈਂਡੀਕੂਲਰ ਓਵਰ ਬੇਸ ਲੰਬ ਬਟੇ ਆਧਾਰ ਤੇ ਕਿਉਂਕਿ ਥਰਡ ਕੁਆਡਰੈਂਟ 'ਚ ਜਿਹੜਾ tan ਹੈ ਪੋਜ਼ਿਟਿਵ ਹੀ ਹੁੰਦਾ ਇਸ ਕਰਕੇ ਇਹਨੂੰ ਬਾਹਲਾ ਸੋਚਣ ਦੀ ਪੋਜ਼ਿਟਿਵ ਹੀ ਰੱਖਣਾ ਸੀ ਤੇ ਇਹ ਆ ਜਾਊਗਾ 4k/3k ਕੇ ਇਹਦੇ 'ਚ ਵੀ ਕੱਟਿਆ ਜਾਊਗਾ 4/3 ਐਸੇ ਤਰ੍ਹਾਂ ਆ ਜਾਊਗਾ ਇਸ ਤੋਂ ਬਾਅਦ ਸਾਈਨ ਦਾ ਉਲਟਾ ਕੋਸੈਕ x ਉਹ ਇਹਦਾ ਉਲਟਾ ਹੀ ਹੋਏਗਾ ਜਿਹੜੀ ਵੈਲਿਊ ਕੱਢੀ ਉਹਨੂੰ ਉਲਟਾ ਦਿਓ -5/4 ਕਰ ਦਿਓ ਸਿੱਧਾ ਹੀ ਸਾਈਨ ਦੀ ਵੈਲਿਊ ਕੱਢੀ ਹੋਈ ਹੈ ਨਾ ਆਪਾਂ ਸਾਈਨ ਦੀ ਵੈਲਿਊ -4/5 ਕੱਢੀ ਹੈ ਤਾਂ ਕੋਸੈਕ ਦੀ ਕੀ ਹੋਏਗੀ ਉਹਦਾ ਉਲਟਾ ਹੋਏਗੀ ਜੇ ਫਾਰਮੂਲਾ ਲਾਉਣਾ ਤਾਂ ਤੁਹਾਡੀ ਮਰਜ਼ੀ ਹੈ ਫਾਰਮੂਲਾ ਵੀ ਲਾ ਸਕਦੇ ਕੋਸੈਕ ਦਾ ਫਾਰਮੂਲਾ ਹੁੰਦਾ ਹਾਈਪੋਟੇਨਸ ਓਵਰ ਪਰਪੈਂਡੀਕੂਲਰ ਤੇ ਕਿਉਂਕਿ ਥਰਡ ਕੁਆਡਰੈਂਟ 'ਚ ਤਾਂ ਨੈਗੇਟਿਵ ਹੋਏਗਾ ਠੀਕ ਹੈ ਨਾ ਫਿਰ cos ਦਾ ਉਲਟਾ sec ਹੁੰਦਾ ਹੈ sec x ਤਾਂ sec x ਕਾਹਦੇ ਬਰਾਬਰ ਹੋਏਗਾ cos ਦੀ ਸਾਨੂੰ ਵੈਲਿਊ ਦਿੱਤੀ ਸੀ -3/5 ਇਹ ਹੋ ਜਾਊਗਾ -5/3 ਠੀਕ ਹੈ ਤਾਂ ਇਹ ਸਿੱਧੇ ਆ ਜਾਣਗੇ ਇਸ ਤੋਂ ਬਾਅਦ ਆ ਜਾਊਗਾ cot x cot ਕਿਹਦਾ ਉਲਟਾ ਹੁੰਦਾ tan ਦਾ ਤੇ tan ਦਾ ਉਲਟਾ ਕਰ ਦਿਓ 4/3 ਪੋਜ਼ਿਟਿਵ ਆਏਗਾ ਕਿਉਂਕਿ ਥਰਡ ਕੁਆਡਰੈਂਟ 'ਚ ਪੋਜ਼ਿਟਿਵ ਤਾਂ ਸਾਰੀਆਂ ਵੈਲਿਊਜ਼ ਨਿਕਲੀਆਂ ਸਿਰਫ ਕਰਨਾ ਕੀ ਹੈ ਜੋ ਸਾਨੂੰ ਵੈਲਿਊ ਦਿੱਤੀ ਹੈ ਉਹਦੇ ਤੋਂ ਅਸੀਂ ਪਰਪੈਂਡੀਕੂਲਰ ਜੋ ਵੀ ਸਾਨੂੰ ਦਿੱਤਾ ਹੋਏਗਾ ਜੇ cos ਦਿੱਤਾ ਤਾਂ ਪਰਪੈਂਡੀਕੂਲਰ ਓਵਰ ਬੇਸ ਹੋ ਜਾਏਗਾ ਹੈ ਨਾ ਤੇ ਪਰਪੈਂਡੀਕੂਲਰ ਓਵਰ ਹਾਈਪੋਟੇਨਸ ਸੌਰੀ ਬੇਸ ਓਵਰ ਹਾਈਪੋਟੇਨਸ ਹੋ ਜਾਏਗਾ ਬੇਸ ਤੇ ਹਾਈਪੋਟੇਨਸ ਨੂੰ ਅਸੀਂ ਲੈ ਲੈਣੇ ਇਸ ਤਰੀਕੇ ਨਾਲ ਤੇ ਤੀਸਰਾ ਜਿਹੜੀ ਸਾਈਡ ਉਹ ਫਾਈਂਡ ਕਰ ਲੈਣੀ ਦੋ ਸਾਈਡ ਤਾਂ ਸਾਨੂੰ ਇਹ ਤੋਂ ਪਤਾ ਚੱਲ ਜਾਣਗੇ ਨਾ ਜਿਹੜੇ ਦਿੱਤਾ ਹੋਇਆ ਸਾਨੂੰ ਹੋਏਗਾ ਇਹ ਤਾਂ ਹੁਣ ਜਿਵੇਂ ਬੇਸ ਤੇ ਹਾਈਪੋਟੇਨਸ ਪਤਾ ਚੱਲ ਗਿਆ ਜੇ ਸਾਈਨ ਦਿੱਤਾ ਹੁੰਦਾ ਫਿਰ ਸਾਨੂੰ ਪਰਪੈਂਡੀਕੂਲਰ ਤੇ ਹਾਈਪੋਟੇਨਸ ਪਤਾ ਚੱਲ ਜਾਣਾ ਸੀ ਤੇ ਜੇ ਇੱਥੇ tan ਦਿੱਤਾ ਹੁੰਦਾ ਫਿਰ ਬੇਸ ਤੇ ਪਰਪੈਂਡੀਕੂਲਰ ਤੇ ਬੇਸ ਪਤਾ ਚੱਲ ਜਾਣਾ ਸੀ ਜਿਹੜੇ ਚੀਜ਼ ਪਤਾ ਉਹਨਾਂ ਦੀ ਹੈਲਪ ਨਾਲ ਤੀਸਰੀ ਸਾਈਡ ਕੱਢ ਲੈਣੀ ਪਹਿਲਾਂ ਤਾਂ ਅਸੀਂ ਯੂਜ਼ਿੰਗ ਪਾਈਥਾਗੋਰਸ ਥਿਓਰਮ ਦਾ ਯੂਜ਼ ਕਰਕੇ ਤੀਸਰੀ ਸਾਈਡ ਕੱਢ ਲੈਣੀ ਹੈ ਜਦੋਂ ਸਾਡੇ ਕੋਲੇ ਤਿੰਨੇ ਸਾਈਡਸ ਆ ਗਈਆਂ ਉਸ ਤੋਂ ਬਾਅਦ ਜਿਹੜਾ ਮਰਜ਼ੀ ਟ੍ਰਿਗਨੋਮੈਟ੍ਰਿਕ ਰੇਸ਼ੋ ਅਸੀਂ ਫਾਈਂਡ ਕਰ ਸਕਦੇ ਹਾਂ ਨਾਲ ਖਿਆਲ ਕੀ ਰੱਖਣਾ ਹੈ ਕੁਆਡਰੈਂਟ ਦਾ ਖਿਆਲ ਰੱਖਣਾ ਕਿਹੜੇ ਕੁਆਡਰੈਂਟ ਦੇ ਵਿੱਚ ਹੈਗਾ ਥਰਡ ਕੁਆਡਰੈਂਟ 'ਚ ਹੈ ਤਾਂ ਇੱਥੇ tan ਤੇ cot ਪੋਜ਼ਿਟਿਵ ਹੋਣਗੇ ਬਾਕੀ ਨੈਗੇਟਿਵ ਹੋਣਗੇ ਫਸਟ ਕੁਆਡਰੈਂਟ 'ਚ ਹੈ ਤਾਂ ਸਾਰੇ ਪੋਜ਼ਿਟਿਵ ਹੋਣਗੇ ਇਸ ਤਰੀਕੇ ਨਾਲ ਸਵਾਲ ਤਾਂ ਜਿਵੇਂ ਇਹਦੇ ਨਾਲ ਦਾ ਹੀ ਨੈਕਸਟ ਕੁਐਸਚਨ ਆ ਦੇਖੋ cot ਦੀ ਵੈਲਿਊ ਦਿੱਤੀ ਹੋਈ ਹੈ -5/12 ਕਾਹਦੀ ਵੈਲਿਊ ਦਿੱਤੀ ਹੈ cot x = -5/12 cot ਕਾਹਦੇ ਇਕੁਅਲ ਹੁੰਦਾ ਹੈ ਬੇਸ ਓਵਰ ਪਰਪੈਂਡੀਕੂਲਰ ਹੁੰਦਾ ਹੈ ਤਾਂ ਅਸੀਂ ਬੇਸ ਨੂੰ ਲੈ ਲਈਏ 5k ਆ ਬੇਸ ਆ ਥੀਟਾ ਅਸੀਂ ਐਂਗਲ ਲੈ ਲਿਆ x ਬੇਸ ਨੂੰ ਲੈ ਲਿਆ 5k ਤੇ ਪਰਪੈਂਡੀਕੂਲਰ ਲੈ ਲਿਆ ਅਸੀਂ परपेंडिकुलर ले लिया 12k हाइपोटेनस फाइंड कर लो हाइपोटेनस का इक्वल होएगा परपेंडिकुलर स्क्वायर प्लस बेस का स्क्वायर परपेंडिकुलर हैगा साडे कोले
12k ਦਾ ਹੋਲ ਸਕੁਆਇਰ ਆ ਜਾਊਗਾ, ਆ 5k ਦਾ ਹੋਲ ਸਕੁਆਇਰ ਆ ਜਾਊਗਾ, 12 ਦਾ ਹੁੰਦਾ 144 ਨਾਲ ਆ ਜਾਊਗਾ k ਸਕੁਆਇਰ ਤੇ 25k ਸਕੁਆਇਰ ਐਡ ਕਰਾਂਗੇ ਤਾਂ 169 k ਸਕੁਆਇਰ। ਇਹ ਕਾਹਦੀ ਵੈਲਿਊ ਆ? ਹਾਈਪੋਟੇਨਸ ਦੇ ਸਕੁਆਇਰ ਦੀ ਹੈ, ਸਕੁਆਇਰ ਫੰਕਸ਼ਨ। ਤਾਂ ਹਾਈਪੋਟੇਨਸ ਕਾਹਦੇ ਇਕੁਅਲ ਆ ਜਾਊਗਾ? ਸਕੁਆਇਰ ਰੂਟ ਆਫ 169 k ਸਕੁਆਇਰ ਤੇ ਇਹਦੀ ਵੈਲਿਊ ਆ ਜਾਊਗੀ 13k। ਠੀਕ ਹੈ ਜੀ। ਹੁਣ ਇਹਦੀ ਥਾਂ ਤੇ ਅਸੀਂ ਲਿਖ ਲਾਂਗੇ ਹਾਈਪੋਟੇਨਸ ਦੀ ਥਾਂ ਤੇ 13k। ਹੁਣ ਜਿਹਦੀ ਮਰਜ਼ੀ ਵੈਲਿਊ ਫਾਈਂਡ ਕਰ ਲਈਏ। ਖਿਆਲ ਰੱਖਣਾ ਅਸੀਂ ਕਿਹੜੇ ਕੁਆਡਰੈਂਟ 'ਚ ਇਹ ਕੁਆਡਰੈਂਟ ਸਾਨੂੰ ਦਿੱਤਾ ਹੋਇਆ ਹੈ ਸੈਕੰਡ ਕੁਆਡਰੈਂਟ, ਤੇ ਸੈਕੰਡ ਕੁਆਡਰੈਂਟ ਤੁਹਾਨੂੰ ਪਤਾ ਹੈ ਸਾਈਨ ਤੇ ਉਹਦਾ ਉਲਟਾ ਕੋਸੈਕ ਪੋਜ਼ਿਟਿਵ ਹੁੰਦਾ, ਤਾਂ ਬਾਕੀ ਸਾਰੇ ਨੈਗੇਟਿਵ ਹੋਣਗੇ। ਤਾਂ ਸਾਈਨ ਤੋਂ ਸ਼ੁਰੂ ਕਰਦੇ ਹਾਂ ਆਪਾਂ। ਸਾਈਨ x ਕਾਹਦੀ ਦੀ ਵੈਲਿਊ ਹੋਏਗੀ? ਪਰਪੈਂਡੀਕੂਲਰ ਓਵਰ ਹਾਈਪੋਟੇਨਸ। ਵੈਲਿਊਜ਼ ਭਰ ਦਿਓ ਜੀ। 12k upon 13k ਆ ਕੈਂਸਲ ਹੋ ਗਏ, 12/13। ਦੂਸਰੀ ਆ ਗਈ ਵੈਲਿਊ ਇਹਦੀ cos ਦੀ। cos x ਇਕੁਅਲ ਟੂ ਹੁੰਦਾ ਬੇਸ ਓਵਰ ਹਾਈਪੋਟੇਨਸ, ਤੇ ਬੇਸ ਹੈਗਾ ਇਹਦੇ ਚ 5k/13k। ਪਰ ਸਾਈਨ ਖਿਆਲ ਰੱਖਣਾ ਨੈਗੇਟਿਵ ਆਏਗਾ ਸਾਈਨ, ਕਿਉਂ? ਸੈਕੰਡ ਕੁਆਡਰੈਂਟ 'ਚ ਹੈ। ਸੈਕੰਡ ਕੁਆਡਰੈਂਟ ਆ ਜਿਹੜਾ ਉਹਦੇ ਚ cos ਹੈ ਜਿਹੜਾ ਨੈਗੇਟਿਵ ਹੁੰਦਾ। ਸੈਕੰਡ ਕੁਆਡਰੈਂਟ ਦੇ ਵਿੱਚ cos ਆ ਜਿਹੜਾ ਨੈਗੇਟਿਵ ਹੁੰਦਾ, ਤਾਂ ਇੱਥੇ ਨੈਗੇਟਿਵ ਤੇ ਨੈਗੇਟਿਵ ਮਾਈਨਸ ਮਾਈਨਸ ਕੈਂਸਲ ਹੋ ਗਿਆ, ਇਹ ਆ ਗਿਆ -5/13। cos ਤੋਂ ਬਾਅਦ ਅਸੀਂ ਫਾਈਂਡ ਕਰਦੇ ਹਾਂ tan ਤਾਂ cot ਦਾ ਉਲਟਾ ਹੀ ਹੈ। tan ਕਿਉਂਕਿ cot ਸਾਨੂੰ ਗਿਵਨ ਹੈ, tan ਉਹਦਾ ਉਲਟਾ ਆ ਜਾਏਗਾ। cot ਕਿੰਨਾ ਗਿਵਨ ਸੀਗਾ? cot ਗਿਵਨ ਸੀਗਾ -5/12, ਤੇ ਇਹ ਉਹਦਾ ਉਲਟਾ ਹੋ ਜਾਏਗਾ -12/5 ਹੋ ਜਾਏਗਾ। ਇਹਦੀ ਵੈਲਿਊ ਆ ਜਾਏਗੀ -12/5। ਫਿਰ ਸਾਈਨ ਦਾ ਉਲਟਾ ਕੋਸੈਕ x ਉਹਦਾ ਉਲਟਾ ਕਰ ਦਿਓ, ਉਹ 12/13 ਸੀ, 13/12। ਫਿਰ cos ਦਾ ਉਲਟਾ sec x, ਇਹ ਹੋ ਜਾਊਗਾ -13/5। ਤਾਂ ਸਾਰੀਆਂ 6 5 ਦੀਆਂ 5 ਆ ਗਈਆਂ, ਇੱਕ ਤਾਂ ਸਾਨੂੰ ਗਿਵਨ ਨਹੀਂ ਸੀਗੀਆਂ, 5 ਅਸੀਂ ਫਾਈਂਡ ਕਰ। ਸੋ ਇਸ ਤਰੀਕੇ ਦੇ ਕੁਐਸਚਨ ਆ। ਜਿਹੜਾ ਤੁਹਾਡਾ ਕੁਐਸਚਨ ਇਹਦੇ ਵਿੱਚ 1 ਤੋਂ ਲੈ ਕੇ 5 ਤੱਕ ਦਿੱਤੇ ਹੋਏ ਆ, ਉਹ ਇਹਦੇ ਨਾਲ ਦੇ ਹੀ ਕੁਐਸਚਨਸ ਹੈ। ਠੀਕ ਹੈ ਜੀ। ਹੁਣ ਨੈਕਸਟ ਆਪਣੇ ਕੋਲ ਹੈ ਕੁਛ ਅਸੀਂ ਫਾਰਮੂਲੇ ਕਰਨੇ ਆ। ਇਹਨਾਂ ਚੋਂ ਕੁਛ ਆ ਪਿਛਲੇ ਸਾਲ ਕੀਤੇ ਹੋਏ ਆ ਸਾਡੇ ਟ੍ਰਿਗਨੋਮੈਟ੍ਰਿਕ ਰੇਸ਼ੋਜ਼ ਆਫ π/2 θ ਜਾਂ 90 θ ਅਸੀਂ ਉਹ ਕਹਿੰਦੇ ਆ। ਆਹ ਫਾਰਮੂਲੇ 6 ਅਸੀਂ ਪਿਛਲੇ ਸਾਲ ਕੀਤੇ ਸੀ। ਸਾਈਨ 90 θ ਦੀ ਵੈਲਿਊ ਹੁੰਦੀ ਹੈ cos θ, cos 90 θ ਦੀ ਵੈਲਿਊ ਹੁੰਦੀ ਹੈ sin θ, tan 90 θ ਦੀ ਵੈਲਿਊ ਹੁੰਦੀ ਹੈ cot θ, cosec 90 θ sec θ, sec 90 θ cosec θ, cot 90 θ tan θ। ਇਹ ਅਸੀਂ ਪਿਛਲੇ ਸਾਲ ਕੀਤੇ ਸੀ। ਇਹ ਕਿਹੜੇ ਕਿੱਥੇ ਬਣ ਗਏ ਐਂਗਲ ਭਲਾ? 90 θ ਦਾ ਮਤਲਬ ਫਸਟ ਕੁਆਡਰੈਂਟ ਦੇ ਵਿੱਚ ਬਣ ਗਏ ਸਾਰੇ। ਦੇਖੋ 90 ਤੋਂ ਛੋਟੇ ਐਂਗਲ ਹੈ ਨਾ, 90 ਚੋਂ ਕੁਛ ਘਟ ਰਿਹਾ। 90 ਤੋਂ ਛੋਟੇ ਐਂਗਲ ਮਤਲਬ 0 ਤੇ 90 ਦੇ ਵਿੱਚ ਚੱਲ ਰਿਹਾ ਐਂਗਲ ਹੈ, ਤੇ 0 ਤੇ 90 ਦੇ ਵਿੱਚ ਚੱਲ ਰਹੇ ਐਂਗਲ ਕਿੱਥੇ ਬਣਦੇ ਹੁੰਦੇ? ਤੁਹਾਨੂੰ ਯਾਦ ਹੋਣਾ ਫਸਟ ਕੁਆਡਰੈਂਟ ਦੇ ਵਿੱਚ ਇਹ ਬਣਦੇ ਹੁੰਦੇ। ਤਾਂ ਫਸਟ ਕੁਆਡਰੈਂਟ ਦੇ ਐਂਗਲ ਹੈ। ਫਸਟ ਕੁਆਡਰੈਂਟ ਦੇ ਵਿੱਚ ਸਾਰੇ ਪੋਜ਼ਿਟਿਵ ਹੁੰਦੇ। ਦੇਖੋ ਸਾਈਨ ਦੀ ਵੈਲਿਊ ਵੀ ਪੋਜ਼ਿਟਿਵ ਆ ਗਈ, ਸਭ ਦੀ ਪੋਜ਼ਿਟਿਵ ਆਈ ਹੈ। ਹੁਣ ਅੱਗੇ ਚਲੋ, ਅੱਗੇ ਆ ਗਿਆ ਸਾਡੇ ਕੋਲ ਆ 90 + θ। ਠੀਕ ਹੈ ਨਾ, 90 + θ। ਇਹ ਹੁਣ ਕਿਹੜੇ ਕੁਆਡਰੈਂਟ 'ਚ ਚਲਾ ਜਾਏਗਾ? ਸੈਕੰਡ। 90 ਤੋਂ ਵੱਡਾ ਐਂਗਲ, 90 ਦੇ ਕੁਛ ਜੁੜ ਰਿਹਾ ਨਾ, ਤਾਂ 90 ਤੋਂ ਵੱਡਾ ਐਂਗਲ ਹੈ, ਸੈਕੰਡ ਕੁਆਡਰੈਂਟ 'ਚ ਆਏਗਾ। ਤਾਂ ਹੋਣੀਆਂ ਵੈਲਿਊਜ਼ ਹੋਣੀਆਂ ਜਿਵੇਂ ਜਿਵੇਂ 90 θ ਦੀਆਂ। ਸਾਈਨ ਦਾ cos ਬਣ ਜਾਏਗਾ, cos ਦਾ ਸਾਈਨ ਇੱਥੇ ਵੀ ਬਣ ਰਿਹਾ ਸੀ ਨਾ, ਸਾਈਨ ਦਾ cos ਦਾ ਸਾਈਨ 90 θ ਵਾਲੇ 'ਚ। ਉਸੇ ਤਰੀਕੇ ਨਾਲ ਇਹਦੇ ਵਿੱਚ ਵੀ tan ਦਾ cot ਬਣ ਜਾਏਗਾ, cosec ਦਾ sec ਬਣ ਜਾਏਗਾ, sec ਦਾ cosec ਬਣ ਜਾਏਗਾ, cot ਦਾ tan ਬਣ ਜਾਏਗਾ। ਯਾਦ ਕਰਨ ਵਾਸਤੇ ਹਰੇਕ ਜਿਹੜਾ ਹੈ ਆਪਦੇ ਆਪ ਦੇ ਕੋ ਨਾਲ ਬਦਲ ਜਾਏਗਾ। ਸਾਈਨ ਦਾ ਕੋਸਾਈਨ ਬਣ ਜਾਏਗਾ, ਤੇ ਟੈਂਜੈਂਟ ਦਾ ਕੋਟੈਂਜੈਂਟ ਬਣ ਜਾਏਗਾ, ਤੇ sec ਦਾ ਕੋਸੈਕ, ਸੀਕੈਂਟ ਦਾ ਕੋਸੀਕੈਂਟ ਬਣ ਜਾਏਗਾ। ਇਹ ਇਹਨਾਂ ਦੇ ਨਾਲ ਕੋ ਲੱਗਦਾ ਸਾਰਿਆਂ ਦੇ ਨਾਲ। ਸਾਈਨ ਦਾ ਕੋਸਾਈਨ, ਟੈਂਜੈਂਟ ਦਾ ਕੋਟੈਂਜੈਂਟ,
ਤੇ ਸੀਕੈਂਟ ਦਾ ਕੋਸੀਕੈਂਟ ਬਣ ਜਾਂਦਾ ਹੈ। ਠੀਕ ਹੈ ਕਿ ਨਹੀਂ? ਪਰ ਕਿਉਂਕਿ ਇਹ ਸੈਕੰਡ ਕੁਆਡਰੈਂਟ ਦੇ ਐਂਗਲਸ ਨੇ ਤਾਂ ਇੱਥੇ ਹੋਏਗਾ ਕਿ ਸਾਈਨ ਦੀ ਵੈਲਿਊ ਪੋਜ਼ਿਟਿਵ ਆਏਗੀ ਤੇ ਇੱਕ ਕੋਸੈਕ ਦੀ ਵੈਲਿਊ ਪੋਜ਼ਿਟਿਵ ਆਏਗੀ। ਬਾਕੀ ਸਾਰੀਆਂ ਵੈਲਿਊਜ਼ ਕੀ ਆ ਰਹੀਆਂ ਨੇ, ਆ ਵੀ ਨੈਗੇਟਿਵ ਆ ਰਿਹਾ, ਆ ਵੀ ਦੇਖੋ ਟੈਨ ਦੀ ਵੈਲਿਊ ਵੀ ਨੈਗੇਟਿਵ ਆ ਰਹੀ ਹੈ, ਕੋਸ ਦੀ ਵੈਲਿਊ ਵੀ ਨੈਗੇਟਿਵ ਆ ਰਹੀ ਹੈ, ਸੈਕ ਦੀ ਵੈਲਿਊ ਵੀ ਨੈਗੇਟਿਵ ਆ ਰਹੀ ਹੈ, ਕਾਟ ਦੀ ਵੈਲਿਊ ਵੀ ਨੈਗੇਟਿਵ, ਇਹ ਸਾਰੀਆਂ ਨੈਗੇਟਿਵ ਆ ਰਹੀਆਂ, ਦੋਨੇ ਨੈਗੇਟਿਵ, ਆ ਵੀ ਦੋਨੇ ਨੈਗੇਟਿਵ। ਪੋਜ਼ਿਟਿਵ ਕਿਹੜੀਆਂ ਆ ਰਹੀਆਂ, ਸਿਰਫ ਸਾਈਨ ਦੀ ਵੈਲਿਊ ਤੇ ਕੋਸੈਕ ਦੀ ਵੈਲਿਊ। ਤਾਂ ਸੈਕੰਡ ਕੁਆਡਰੈਂਟ ਦੇ ਅਕੋਰਡਿੰਗਲੀ ਸਾਈਨ ਚੇਂਜ ਹੋਣ ਬਣ ਲੱਗਣਗੇ ਇਹਨਾਂ ਦੇ, ਤੇ ਆ 90 ਮਾਈਨਸ ਥੀਟਾ ਵਾਂਗੂ ਜਿਵੇਂ ਚੇਂਜ ਹੋਏ ਸੀ ਉਹ ਆਪਦੇ ਕੋਚ ਚੇਂਜ ਹੋ ਜਾਣਗੇ, ਸਾਈਨ ਦਾ ਕੋਸਾਈਨ, ਕੋਸੈਕ ਦਾ ਕੋਸਾਈਨ ਦਾ ਸਾਈਨ ਬਣ ਜਾਏਗਾ, ਟੈਂਜੈਂਟ ਦਾ ਕੋਟੈਂਜੈਂਟ ਬਣ ਜਾਏਗਾ, ਕੋਟੈਂਜੈਂਟ ਦਾ ਟੈਂਜੈਂਟ ਬਣ ਜਾਏਗਾ, ਸੀਕੈਂਟ ਦਾ ਕੋਸੀਕੈਂਟ ਬਣ ਜਾਏਗਾ, ਕੋਸੀਕੈਂਟ ਦਾ ਸੀਕੈਂਟ। ਯਾਦ ਕਰਨ ਵਾਸਤੇ ਇਸ ਤਰੀਕੇ ਨਾਲ ਯਾਦ। ਅੱਗੇ ਆ ਗਏ 180 ਮਾਈਨਸ ਥੀਟਾ, 180 ਤੋਂ ਛੋਟਾ ਐਂਗਲ ਹੈ, 90 ਤੋਂ ਵੱਡਾ ਐਂਗਲ ਹੈ, ਕਿਹੜੇ ਕੁਆਡਰੈਂਟ 'ਚ ਆਏਗਾ ਇਹ ਵੀ ਸੈਕੰਡ ਕੁਆਡਰੈਂਟ 'ਚ ਆਏਗਾ। ਪਰ ਇਹਦੇ 'ਚ ਫਰਕ ਹੈ, ਉਹਦੇ ਨਾਲ ਕੀ ਫਰਕ ਹੈ, ਜਿਵੇਂ 90 ਪਲੱਸ ਥੀਟਾ ਦੇ ਵਿੱਚ ਸਾਈਨ ਦਾ ਕੋਸਾਈਨ ਬਣ ਜਾਂਦਾ ਸੀ, ਇੱਥੇ ਨਹੀਂ ਬਣਦਾ, ਇੱਥੇ ਸਾਈਨ ਦਾ ਸਾਈਨ ਹੀ ਰਹੇਗਾ, ਸਾਈਨ ਪਾਈ ਮਾਈਨਸ ਥੀਟਾ ਯਾਨੀ ਸਾਈਨ 180 ਮਾਈਨਸ ਥੀਟਾ ਦੀ ਵੈਲਿਊ ਸਾਈਨ ਥੀਟਾ ਹੀ ਹੁੰਦੀ ਹੈ। ਇਸੇ ਤਰ੍ਹਾਂ ਕਾਸ 180 ਮਾਈਨਸ ਥੀਟਾ ਤੇ ਕਾਸ ਥੀਟਾ ਹੀ, ਟੈਨ 180 ਮਾਈਨਸ ਥੀਟਾ ਤੇ ਟੈਨ ਥੀਟਾ ਹੀ ਹੁੰਦੀ ਹੈ, ਕੋਸੈਕ ਦੀ ਕੋਸੈਕ ਹੀ ਹੁੰਦੀ ਹੈ, ਸੈਕ ਦੀ ਸੈਕ ਹੀ ਹੁੰਦੀ ਹੈ, ਟੈਨ ਕਾਟ ਦੀ ਕਾਟ। ਪਰ ਸੈਕੰਡ ਕੁਆਡਰੈਂਟ ਦੇ ਅਕੋਰਡਿੰਗਲੀ ਸਾਈਨ ਲੱਗਣਗੇ, ਸਾਈਨ ਤੇ ਕੋਸੈਕ ਪੋਜ਼ਿਟਿਵ ਹੋਣਗੇ, ਬਾਕੀ ਦੇ ਸਾਰੇ ਨੈਗੇਟਿਵ ਹੋਣਗੇ। ਆਹ ਐਂਗਲ ਧਿਆਨ ਰੱਖਣਾ ਵੀ ਜਿਹੜਾ ਐਂਗਲ ਅਸੀਂ ਫਾਈਂਡ ਕਰ ਰਹੇ ਹਾਂ ਉਹ ਕਿਹੜੇ ਕੁਆਡਰੈਂਟ 'ਚ ਹੈ, ਉਹਦੇ ਅਕੋਰਡਿੰਗਲੀ ਇੱਥੇ ਸਾਈਨ ਚੇਂਜ ਕਰ ਧਿਆਨ ਨਾਲ ਲਾਉਣਾ ਹੈਗਾ, ਇਹ ਨਾ ਗਲਤ ਹੋ ਜਾਏ। ਅੱਗੇ ਆ ਜਾਂਦਾ 180 ਪਲੱਸ ਥੀਟਾ ਯਾਨੀ 180 ਤੋਂ ਵੱਡਾ ਐਂਗਲ, 180 ਤੇ 270 ਦੇ ਵਿਚਾਲੜਾ ਐਂਗਲ, ਇਹ ਥਰਡ ਕੁਆਡਰੈਂਟ 'ਚ ਆਏਗਾ। ਤੇ ਥਰਡ ਕੁਆਡਰੈਂਟ 'ਚ ਹੋਏਗਾ ਕੰਮ ਉਹ ਵੀ ਜਿਵੇਂ ਸਾਈਨ ਦਾ ਇੱਥੇ ਰਿਹਾ ਸੀ ਨਾ, ਸੈਕੰਡ ਕੁਆਡਰੈਂਟ ਦੇ ਵਿੱਚ ਸਾਈਨ ਪਾਈ ਮਾਈਨਸ ਥੀਟਾ ਦੀ ਵੈਲਿਊ ਸਾਈਨ ਥੀਟਾ, ਇੱਥੇ ਵੀ ਉਵੇਂ ਜਿਵੇਂ ਸਾਈਨ ਪਾਈ ਪਲੱਸ ਥੀਟਾ ਦੀ ਵੈਲਿਊ ਸਾਈਨ ਥੀਟਾ ਹੀ, ਕੋਸ ਦੀ ਕੋਸ ਹੀ, ਤੇ ਟੈਨ ਦੀ ਟੈਨ ਹੀ ਰਹੇਗੀ, ਕੋਸੈਕ ਦੀ ਕੋਸੈਕ ਹੀ ਰਹੇਗੀ, ਸੈਕ ਦੀ ਸੈਕ ਹੀ ਰਹੇਗੀ, ਟੈਨ ਕਾਟ ਦੀ ਕਾਟ ਹੀ ਰਹੇਗੀ। ਪਰ ਸਾਈਨ ਥਰਡ ਕੁਆਡਰੈਂਟ ਦੇ ਅਨੁਸਾਰ ਲੱਗਣਗੇ, ਟੈਨ ਤੇ ਕਾਟ ਪੋਜ਼ਿਟਿਵ ਰਹਿਣਗੇ, ਬਾਕੀ ਸਾਰੇ ਨੈਗੇਟਿਵ ਰਹਿਣਗੇ। ਇਸੇ ਤਰ੍ਹਾਂ ਅੱਗੇ ਆ ਜਾਓ 270 ਮਾਈਨਸ ਥੀਟਾ, 3π/2 ਮਾਈਨਸ ਥੀਟਾ ਜਿਹਨੂੰ ਆਪਾਂ ਕਹਿੰਦੇ, ਇਹਦੇ ਵੀ ਸਾਈਨ ਉਹਦੇ ਵਾਂਗੂ ਚੇਂਜ ਹੋਣਗੇ, ਜਿਵੇਂ ਇਹਦੇ ਵਾਂਗੂ ਇਹਦੀਆਂ ਵੈਲਿਊ ਚੇਂਜ ਹੋਣਗੀਆਂ, ਜਿਵੇਂ 90 ਵੇਲੇ ਚੇਂਜ ਹੋਈਆਂ ਸੀਗੀਆਂ, 90 ਮਾਈਨਸ ਥੀਟਾ ਤੇ 90 ਪਲੱਸ ਥੀਟਾ 'ਚ ਹੋਇਆ ਕੀ ਸੀ, ਹਰੇਕ ਟ੍ਰਿਗਨੋਮੈਟ੍ਰਿਕ ਰੇਸ਼ੋ ਆਪਦੇ ਕੋਚ ਬਦਲ ਗਏ ਸੀ, ਸਾਈਨ ਦਾ ਕੋਸ ਬਣ ਗਿਆ ਸੀਗਾ, ਕੋਸ ਦਾ ਸਾਈਨ ਬਣ ਗਿਆ ਸੀ। ਇਸ ਤਰੀਕੇ ਨਾਲ ਇੱਥੇ ਵੀ ਉਵੇਂ ਹੀ ਹੋਏਗਾ, ਸਾਈਨ 270 ਮਾਈਨਸ ਥੀਟਾ ਕੋਸ ਥੀਟਾ, ਕੋਸ 270 ਮਾਈਨਸ ਥੀਟਾ ਸਾਈਨ ਬਣ ਜਾਏਗਾ, ਟੈਨ ਦਾ ਕਾਟ, ਕੋਸੈਕ ਦਾ ਸੈਕ, ਸੈਕ ਦਾ ਕੋਸੈਕ, ਕਾਟ ਦਾ ਟੈਨ। ਠੀਕ ਹੈ ਕਿ ਤੇ ਕਿਉਂਕਿ ਇਹ ਕੁਆਡਰੈਂਟ ਹੈਗਾ ਥਰਡ, 270 ਤੋਂ ਛੋਟਾ ਐਂਗਲ ਹੈ, 270 ਤੋਂ ਛੋਟਾ ਤੇ 180 ਤੋਂ ਵੱਡਾ ਥਰਡ ਕੁਆਡਰੈਂਟ 'ਚ। ਤਾਂ ਥਰਡ ਕੁਆਡਰੈਂਟ 'ਚ ਤੁਹਾਨੂੰ ਪਤਾ ਹੀ ਹੈ ਟੈਨ ਤੇ ਕਾਟ ਦੀ ਵੈਲਿਊ ਜਿਹੜੀ ਉਹ ਪੋਜ਼ਿਟਿਵ ਹੋਏਗੀ, ਬਾਕੀ ਸਾਰੀਆਂ ਵੈਲਿਊਜ਼ ਨੈਗੇਟਿਵ ਹੋਣਗੀਆਂ। ਇੱਥੇ ਆ ਜਿਹੜਾ ਸਾਈਨ ਹੈ ਇਹਦੇ ਹਿਸਾਬ ਨਾਲ ਦੇਖਣਾ ਹੁੰਦਾ ਸੀ ਵੀ ਟੈਨ ਦੀ ਵੈਲਿਊ ਹੈ, ਟੈਨ ਦੀ ਵੈਲਿਊ ਹੋਏਗੀ ਪੋਜ਼ਿਟਿਵ ਆਏਗੀ, ਬਾਕੀ ਸਾਰੀਆਂ ਟੈਨ ਦੀ ਵੀ ਪੋਜ਼ਿਟਿਵ ਆਏਗੀ, ਇੱਥੇ ਆ ਕਾਟ ਦੀ ਵੈਲਿਊ ਵੀ ਪੋਜ਼ਿਟਿਵ ਆਏਗੀ, ਬਾਕੀ ਸਾਰੀਆਂ ਨੈਗੇਟਿਵ ਹੋਣਗੀਆਂ। ਇਸੇ ਤਰ੍ਹਾਂ 270 ਪਲੱਸ ਥੀਟਾ, ਇਹਦੇ ਵਾਂਗੂ ਹੀ ਚੇਂਜ ਹੋਣਾ ਸਾਰਾ ਕੰਮ, ਪਰ ਸਾਈਨ ਇਹਦੇ ਖਿਆਲ ਰੱਖਣਾ ਵੀ ਇਹ ਹੁਣ ਫੋਰਥ ਕੁਆਡਰੈਂਟ ਆ ਗਿਆ, 270 ਤੋਂ ਵੱਡਾ 360 ਤੋਂ ਛੋਟੇ ਐਂਗਲ ਹੈ। ਇਹ 'ਚ ਕੀ ਕਰਨਾ ਅਸੀਂ, ਦੇਖੋ ਸਾਈਨ ਦਾ ਕਾਸ ਬਣ ਗਿਆ, ਕਾਸ ਦਾ ਸਾਈਨ, ਟੈਨ ਦਾ ਕਾਟ, ਉਵੇਂ ਜਿਵੇਂ, ਪਰ ਸਾਈਨ ਜਿਹੜੇ ਨਿਸ਼ਾਨ ਹੈ ਜਿਹੜੇ ਇਹਨਾਂ ਦੇ ਉਹ ਖਿਆਲ ਰੱਖਣੇ ਆ। ਫੋਰਥ ਕੁਆਡਰੈਂਟ 'ਚ ਤੁਹਾਨੂੰ ਪਤਾ ਹੈ ਕਾਸ ਤੇ ਉਹਦਾ ਉਲਟਾ ਸੈਕ, ਇਹ ਦੋਨੇ ਪੋਜ਼ਿਟਿਵ ਹੁੰਦੇ ਆ, ਬਾਕੀ ਸਾਰੀਆਂ ਵੈਲਿਊਜ਼ ਨੈਗੇਟਿਵ ਹੁੰਦੀਆਂ। ਇਸ ਤੋਂ ਬਾਅਦ ਆ ਗਿਆ 360 ਮਾਈਨਸ ਥੀਟਾ, 2π ਮਾਈਨਸ ਥੀਟਾ। ਆਹ ਚੀਜ਼ ਤੇ ਹੁਣ ਜ਼ਿਆਦਾ ਕਨਸੈਂਟਰੇਟ ਕਰੋ ਅੱਗੇ ਤੋਂ, ਜਿਵੇਂ ਜਿਵੇਂ ਤੁਸੀਂ ਅੱਗੇ ਵਧੋਗੇ ਨੈਕਸਟ ਕਲਾਸਿਸ ਦੇ ਵਿੱਚ ਡਿਗਰੀ ਨੋਟੇਸ਼ਨ ਘਟਦੀ ਜਾਏਗੀ, ਰੇਡੀਅਨ ਵਾਲੀ ਨੋਟੇਸ਼ਨ ਵੱਧਦੀ ਜਾਏਗੀ। ਅਸੀਂ ਹੁਣੇ ਪਿਛਲੇ ਐਕਸਰਸਾਈਜ਼ 'ਚ ਕਰਕੇ ਆਏ ਰੇਡੀਅਨ ਤੇ ਡਿਗਰੀ ਨੋਟੇਸ਼ਨ, ਹੁਣ ਰੇਡੀਅਨ ਨੋਟੇਸ਼ਨ ਤੁਹਾਡੇ ਕੋਲੇ ਵੱਧਦਾ ਜਾਏਗਾ ਕੰਮ, ਡਿਗਰੀ ਨੋਟੇਸ਼ਨ ਵਾਲਾ ਕੰਮ ਹੌਲੀ ਹੌਲੀ ਘਟਦਾ ਜਾਏਗਾ। ਤਾਂ 360 ਮਾਈਨਸ ਥੀਟਾ ਯਾਨੀ 2π ਮਾਈਨਸ ਥੀਟਾ, ਇਹ ਕਿਹੜਾ ਕੁਆਡਰੈਂਟ ਆ, ਫੋਰਥ ਕੁਆਡਰੈਂਟ। ਇਹਦੇ 'ਚ ਵੀ ਵੈਲਿਊਜ਼ ਆ ਜਿਹੜੀਆਂ ਉਹਦੇ ਅਕੋਰਡਿੰਗਲੀ, ਜਿਵੇਂ ਪਾਈ ਮਾਈਨਸ 180 ਵੇਲੇ ਜਿਵੇਂ ਚੇਂਜ ਹੋਈਆਂ ਸੀਗੀਆਂ, ਸਾਈਨ ਦਾ ਸਾਈਨ ਹੀ ਰਹਿੰਦਾ ਹੈ, ਕਾਸ ਦਾ ਕਾਸ ਹੀ ਰਹਿੰਦਾ ਹੈ, ਟੈਨ ਦਾ ਟੈਨ ਹੀ ਰਹਿੰਦਾ, ਸਭ ਉਵੇਂ ਹੀ ਰਹੇਗਾ। ਪਰ ਸਾਈਨ ਆ ਜਿਹੜੇ ਫੋਰਥ ਕੁਆਡਰੈਂਟ ਦੇ ਹਿਸਾਬ ਨਾਲ ਲੱਗਣਗੇ। ਫੋਰਥ ਕੁਆਡਰੈਂਟ 'ਚ ਕੀ ਪੋਜ਼ਿਟਿਵ ਹੁੰਦਾ ਹੈ,
cos ਪੋਜ਼ਿਟਿਵ ਹੁੰਦਾ ਤੇ ਉਹਦਾ ਉਲਟਾ sec ਪੋਜ਼ਿਟਿਵ ਹੁੰਦਾ। ਆਹ ਦੋਨੇ ਚੀਜ਼ਾਂ ਪੋਜ਼ਿਟਿਵ ਹੋਣਗੀਆਂ, ਬਾਕੀ ਸਭ ਨੈਗੇਟਿਵ ਹੋਣਗੀਆਂ। ਹੁਣ ਦੇਖੋ cos ਦੀ ਵੈਲਿਊ ਪੋਜ਼ਿਟਿਵ ਆਈ ਹੈ, sec ਦੀ ਵੈਲਿਊ ਪੋਜ਼ਿਟਿਵ ਆਈ ਹੈ, ਬਾਕੀ ਸਭ ਦੀ ਵੈਲਿਊ ਨੈਗੇਟਿਵ ਹੈ। ਇੱਕ ਗੱਲ ਹੋਰ ਧਿਆਨ ਰੱਖਣੀ ਆ, ਉਹ ਇਹ ਹੈ ਵੀ 2 ਪਾਈ ਮਾਈਨਸ ਥੀਟਾ ਨੂੰ ਅਸੀਂ ਸਾਈਨ ਮਾਈਨਸ ਥੀਟਾ ਵੀ ਕਹਿ ਦਿੰਦੇ ਹਾਂ। ਕਿਵੇਂ ਕਹਿ ਦਿੰਦੇ ਆ? ਜਿਵੇਂ ਆਪਾਂ ਉੱਥੇ ਦੇਖ ਰਹੇ ਸੀ, ਜੇ ਤਾਂ ਆਪਾਂ ਐਂਗਲ ਇੱਧਰੋਂ ਗਿਣ ਲਈਏ ਤਾਂ ਇਹ ਹੋ ਗਿਆ 2 ਪਾਈ ਮਾਈਨਸ ਥੀਟਾ। ਹੁਣ 2 ਪਾਈ ਮਾਈਨਸ ਥੀਟਾ ਵਾਲੀ ਹੈ ਫੋਰਥ ਕੁਆਡਰੈਂਟ 'ਚ ਹੈ ਨਾ, ਤੇ ਫਿਰ ਤਾਂ ਇਹ 2 ਪਾਈ ਮਾਈਨਸ, ਜਦੋਂ ਆਪਾਂ ਇਹਨੂੰ ਪੁੱਠੇ ਪਾਸੇ ਕਾਊਂਟ ਕਰ ਲੈਂਦੇ ਆ ਤੇ ਇਹ ਮਾਈਨਸ ਥੀਟਾ, ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀ, ਜੇ ਅਸੀਂ ਇਹਨੂੰ ਕਲੌਕਵਾਈਜ਼ ਕਾਊਂਟ ਕਰੀਏ ਤਾਂ ਇਹ ਮਾਈਨਸ ਥੀਟਾ ਹੋ ਜਾਂਦਾ। ਤੇ ਐਸੇ ਨੂੰ ਅਸੀਂ ਮਾਈਨਸ ਥੀਟਾ ਵੀ ਕਹਿ ਦਿੰਦੇ ਹਾਂ, ਐਸੇ ਨੂੰ ਜੇ ਇੱਧਰੋਂ ਦੇਖ ਲਈਏ ਤਾਂ 2 ਪਾਈ ਮਾਈਨਸ ਥੀਟਾ ਹੈ। ਠੀਕ ਹੈ ਕਿ? ਤਾਂ ਉਹੀ ਚੀਜ਼ ਹੈ ਇੱਥੇ ਵੀ ਜੇ 2 ਪਾਈ ਮਾਈਨਸ ਥੀਟਾ ਉਹਨੂੰ ਅਸੀਂ ਸਾਈਨ ਮਾਈਨਸ ਥੀਟਾ ਵੀ ਕਹਿ ਸਕਦੇ ਹਾਂ। ਤੇ ਸਾਈਨ ਮਾਈਨਸ ਥੀਟਾ ਦੀ ਮਾਈਨਸ ਥੀਟਾ ਹੁੰਦੀ ਹੈ, ਕਾਸ ਮਾਈਨਸ ਥੀਟਾ ਦੀ ਕਾਸ ਹੁੰਦੀ ਹੈ, ਟੈਨ ਮਾਈਨਸ ਥੀਟਾ ਦੀ ਵੈਲਿਊ ਮਾਈਨਸ ਟੈਨ ਥੀਟਾ ਹੁੰਦੀ ਹੈ। ਸੋ ਇਹ ਫਾਰਮੂਲੇ ਯਾਦ ਨਹੀਂ ਰੱਖਣੇ, ਇਹਨਾਂ ਨੂੰ ਸਮਝਣਾ ਹੈ। ਸਮਝਣਾ ਦਾ ਤੁਹਾਨੂੰ ਤਰੀਕਾ ਦੱਸਤਾ ਵੀ ਆਹ ਇੱਕੋ ਜਿਹਾ ਦੇਖੋ 180 ਮਾਈਨਸ ਥੀਟਾ ਤੇ 360 ਮਾਈਨਸ ਥੀਟਾ ਤੇ ਪਲੱਸ ਥੀਟਾ ਵਾਲੀ ਜਿਹੜੀਆਂ ਵੈਲਿਊਜ਼ ਇੱਕੋ ਜਿਹੀਆਂ ਹੋਣਗੀਆਂ। ਵੀ ਇਹਨਾਂ 'ਚ ਸਾਈਨ ਦਾ ਸਾਈਨ, ਕਾਸ ਦਾ ਕਾਸ, ਟੈਨ ਦਾ ਟੈਨ ਹੀ ਰਹੇਗਾ। ਸਿਰਫ ਕੋਆਰਡੀਨੇਟ ਦੇ ਅਕੋਰਡਿੰਗਲੀ ਸਾਈਨ ਬਦਲਣਗੇ, ਨਿਸ਼ਾਨ ਬਦਲਣਗੇ ਇਹਨਾਂ ਦੇ। ਠੀਕ ਹੈ ਨਾ? ਐਸੇ ਤਰ੍ਹਾਂ 270 ਤੇ 190 ਵਾਲੇ ਜਿਹੜੇ ਉਹ ਇੱਕੋ ਜਿਹੇ ਆ, ਉਹ ਆਪਦੇ ਕੋਚ ਬਦਲ ਜਾਂਦੇ, ਸਾਈਨ ਦਾ ਕਾਸ ਬਣ ਜਾਂਦਾ, ਕਾਸ ਦਾ ਸਾਈਨ ਬਣ ਜਾਂਦਾ। ਤੇ ਇਹਨਾਂ ਦੇ ਜਿਹੜੇ ਨਿਸ਼ਾਨ ਹੈ ਉਹ ਇਹਨਾਂ ਦੇ ਜਿਹੜਾ ਕੋਆਰਡੀਨੇਟ ਆ ਉਹਦੇ ਅਕੋਰਡਿੰਗਲੀ ਹੋਣਗੇ। ਇਸੇ ਤਰ੍ਹਾਂ ਹੁਣ ਅੱਗੇ ਆ ਗਿਆ 360 ਪਲੱਸ ਥੀਟਾ। ਇਹ ਕੀ ਹੋਏਗਾ? ਹੁਣ ਚੌਥਾ ਕੁਆਡਰੈਂਟ ਟੱਪ ਕੇ ਫਸਟ ਕੁਆਡਰੈਂਟ 'ਚ ਦੁਬਾਰਾ ਆ ਗਿਆ। ਫਸਟ ਕੁਆਡਰੈਂਟ 'ਚ ਤੁਹਾਨੂੰ ਪਤਾ ਸਾਰੇ ਹੀ ਪੋਜ਼ਿਟਿਵ ਹੁੰਦੇ ਆ, ਤਾਂ ਸਾਈਨ ਦੀ ਵੈਲਿਊ ਸਾਈਨ ਹੀ ਰਹੇਗੀ, ਕਾਸ ਦੀ ਕਾਸ ਹੀ ਰਹੇਗੀ, ਟੈਨ ਦੀ ਟੈਨ ਹੀ, ਕੋਸੈਕ ਦੀ ਕੋਸੈਕ। ਯਾਨੀ ਪੂਰਾ ਇੱਕ ਗੇੜਾ ਖਾ ਲਿਆ ਉਹਨੇ, ਪੂਰਾ ਇੱਕ ਚੱਕਰ ਖਾਣ ਤੋਂ ਬਾਅਦ ਆ ਪੂਰਾ ਚੱਕਰ 360 ਤੇ ਹੋ ਜਾਂਦਾ ਖਤਮ। ਇਸ ਤੋਂ ਬਾਅਦ ਹੁਣ ਦੁਬਾਰਾ ਤੋਂ ਸ਼ੁਰੂ ਹੋ ਗਿਆ ਇੱਧਰ ਨੂੰ। ਠੀਕ ਹੈ ਨਾ? ਇਸ ਤੋਂ ਅਗਾਂਹ ਹੁਣ ਇੱਧਰ ਨੂੰ ਜਾਊਗਾ ਦੁਬਾਰਾ, ਤਾਂ ਇੱਥੇ ਫਿਰ ਦੁਬਾਰਾ ਤੋਂ ਉਹੀ ਫਸਟ ਕੁਆਡਰੈਂਟ ਵਾਲੇ ਐਂਗਲਸ ਬਣਨੇ ਸ਼ੁਰੂ ਹੋ ਜਾਣਗੇ। ਤਾਂ ਫਸਟ ਕੁਆਡਰੈਂਟ 'ਚ ਜਿਵੇਂ ਹੁੰਦਾ ਸੀਗਾ ਉਸੇ ਤਰੀਕੇ ਨਾਲ ਆ ਜਾਏਗਾ। ਠੀਕ ਹੈ ਨਾ? ਸੋ ਇਹ ਸੀਗੇ ਫਾਰਮੂਲੇ ਜਿਹੜੇ ਸਾਨੂੰ ਯਾਦ ਰੱਖਣੇ ਪੈਣਗੇ। ਯਾਦ ਰੱਖਣ ਵਾਸਤੇ ਇਹਨਾਂ ਨੂੰ ਸਮਝਣਾ ਹੈ। ਜੇ ਇਸੇ ਤਰ੍ਹਾਂ ਯਾਦ ਰੱਖਣ ਬਹਿ ਜਾਈਏ ਤਾਂ ਰੱਖ ਨਹੀਂ ਸਕਦੇ, ਕਿਉਂਕਿ ਬਹੁਤ ਸਾਰੇ ਹੈ। ਇਹਨਾਂ ਨੂੰ ਜੇ ਅਸੀਂ ਰੱਟਾ ਮਾਰਨ ਬੈਠਾਂਗੇ ਤਾਂ ਰੱਟਾ ਨਹੀਂ ਮਾਰਿਆ ਜਾਣਾ, ਭੁੱਲ ਜਾਵਾਂਗੇ ਫਿਰ ਅਸੀਂ। ਤੇ ਇਹਨੂੰ ਸਮਝ ਲਓ, ਜਿਵੇਂ ਮੈਂ ਤੁਹਾਨੂੰ ਸਮਝਾਇਆ ਵੀ ਕੋਚ ਬਦਲਣਾ ਹੈ ਕਿ ਉਵੇਂ ਜਿਵੇਂ ਰੱਖਣਾ ਹੈ। 180 ਤੇ 360 ਵੇਲੇ ਤਾਂ ਆਪਦੇ ਆਪ ਉਵੇਂ ਜਿਵੇਂ ਰਹਿਣਗੇ, 90 ਤੇ 270 ਵੇਲੇ ਆਪਦੇ ਕੋਚ ਬਦਲ ਜਾਣਗੇ। ਤੇ ਉਹ ਤੋਂ ਬਾਅਦ ਤੁਹਾਨੂੰ ਸਾਈਨ ਧਿਆਨ ਹੋਣਾ ਚਾਹੀਦਾ ਵੀ ਕਿਹੜੇ ਕੁਆਡਰੈਂਟ 'ਚ ਕਿਹੜਾ ਪੋਜ਼ਿਟਿਵ ਕਿਹੜਾ ਨੈਗੇਟਿਵ ਹੁੰਦਾ। ਉਸ ਹਿਸਾਬ ਨਾਲ ਤੁਸੀਂ ਰੱਖੋਗੇ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ। ਹੁਣ ਇਹਦੇ ਨਾਲ ਰਿਲੇਟਡ ਕੁਐਸਚਨਸ ਨੇ ਸਾਡੇ ਕੋਲ। ਇਹਨਾਂ 'ਚੋਂ ਵੀ ਅਸੀਂ ਆ ਜਿਹੜੇ ਫਾਰਮੂਲੇ ਅਸੀਂ ਕਰਿਆ, ਅਸੀਂ ਕੋਸ਼ਿਸ਼ ਸਾਡੀ ਇਹ ਹੋਏਗੀ ਵੀ ਅਸੀਂ ਜਿਹੜੇ ਹੈਗੇ ਆ 90 ਤੇ 270 ਵਾਲੇ ਫਾਰਮੂਲੇ ਬਹੁਤ ਘੱਟ ਯੂਜ਼ ਕਰਾਂਗੇ। ਅਸੀਂ 180 ਤੇ 360 ਵਾਲੇ ਜਿਹੜੇ ਹੈਗੇ ਇਹਨਾਂ ਨੂੰ ਜ਼ਿਆਦਾ ਯੂਜ਼ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਹ 'ਚ ਸਾਈਨ ਦਾ ਸਾਈਨ ਹੀ ਰਹਿ ਜਾਂਦਾ, ਕਾਸ ਦਾ ਕਾਸ ਹੀ ਰਹਿ ਜਾਂਦਾ। ਇੱਥੇ ਵੀ ਤੁਸੀਂ ਦੇਖੋ ਇਹ ਚੇਂਜ ਨਹੀਂ ਹੁੰਦਾ। ਤਾਂ ਕੋਸ਼ਿਸ਼ ਅਸੀਂ ਇਹ ਕਰਾਂਗੇ। ਤਾਂ ਉਹਦੇ ਲਈ ਤੁਸੀਂ ਆਓ ਸਵਾਲ ਕਰਦੇ ਹਾਂ ਆਪਾਂ। ਆਹ ਵਾਲਾ ਸਵਾਲ ਹੈ, ਫਾਈਂਡ ਦਾ ਵੈਲਿਊ ਆਫ, ਅਸੀਂ ਵੈਲਿਊ ਫਾਈਂਡ ਕਰਨੀ ਹੈ ਸਾਈਨ 31 ਪਾਈ ਅਪੋਨ 3। ਇਹਨੂੰ ਪਹਿਲਾਂ ਤਾਂ ਡਿਗਰੀ ਨੋਟੇਸ਼ਨ 'ਚ ਬਦਲ ਲਈਦਾ, ਯਾਨੀ ਪਾਈ ਹਟਾ ਲਈਦਾ। ਪਾਈ ਹਟਾਉਣ ਦਾ ਕੀ ਤਰੀਕਾ? ਜਿੱਥੇ ਪਾਈ ਹੈ ਪਾਈ ਦੀ ਥਾਂ ਤੇ 180 ਪੁੱਟ ਕਰ ਦਿਓ, ਆਪੇ ਡਿਗਰੀ ਹਟ ਜੂਗੀ। ਪਾਈ ਹਟ ਜੂਗਾ ਤੇ ਡਿਗਰੀ 'ਚ ਬਦਲ ਜੂਗਾ। ਇਹ ਆ ਜੂਗਾ 60 ਤੇ ਇਹਨੂੰ ਜਦੋਂ ਤੁਸੀਂ ਮਲਟੀਪਲਾਈ ਕਰੋਗੇ ਇਹ ਬਣ ਜਾਊਗਾ ਸਾਈਨ 0 ਤੇ 6 ਮਾਈਨਸ 6 ਇਹ 1860 ਡਿਗਰੀ। ਸਾਈਨ 1860 ਡਿਗਰੀ ਦਾ ਐਂਗਲ ਆ ਗਿਆ। 1860 ਡਿਗਰੀ ਕਿਵੇਂ ਬਣਨਾ? ਦੇਖੋ 1860 ਕੀ ਆ ਪੂਰਾ ਐਂਗਲ ਬਣਦਾ 360 ਦਾ, 360। ਇਹ ਤੋਂ ਬਾਅਦ ਇੱਕ ਗੇੜਾ ਹੋਰ ਖਾ ਲਿਆ ਤਾਂ 720 ਦਾ ਹੋ ਜਾਏਗਾ। ਫਿਰ ਇਸੇ ਤਰ੍ਹਾਂ ਇੱਕ ਗੇੜਾ ਹੋਰ ਖਾ ਗਿਆ, ਫਿਰ ਹੋਰ ਖਾ ਗਿਆ। ਇਸੇ ਤਰ੍ਹਾਂ ਗੇੜੇ ਖਾ ਕੇ ਐਂਗਲ ਇੱਥੇ ਹੀ ਬਣਨੇ ਇਹਨਾਂ 4 ਕੁਆਡਰੈਂਟਸ ਦੇ ਵਿੱਚ ਹੀ, ਪਰ ਉਹ ਪੂਰਾ ਗੇੜਾ ਖਾਈ ਜਾਊਗਾ। ਹੁਣ ਉਹ ਜਿੰਨੇ ਪੂਰੇ ਗੇੜੇ ਖਾਊਗਾ ਉਨੇ ਤਾਂ ਅਸੀਂ ਛੱਡ ਦੇਂਗੇ, ਉਹਨੂੰ ਤਾਂ ਗਿਣਨ ਦੀ ਸਾਨੂੰ ਜ਼ਰੂਰਤ ਨਹੀਂ। ਜਿਹੜਾ ਉਦੋਂ ਉੱਤੇ ਆਏਗਾ ਉਹਨੂੰ ਕਾਊਂਟ ਕਰ ਲੈਣਾ ਅਸੀਂ। ਤਾਂ ਅਸੀਂ ਇਹੀ ਚੀਜ਼ ਇੱਥੇ ਫੋਲੋ ਕਰਨੀ ਹੈ। ਦੇਖੋ ਅਸੀਂ ਕੀ ਕਰਨਾ ਹੈ ਹੁਣ, ਇਹਨੂੰ ਕਿਵੇਂ ਪਤਾ ਚੱਲੇ ਵੀ ਇਹ ਕਿੰਨੇ ਗੇੜੇ ਖਾ ਗਿਆ। ਅਸੀਂ ਇੱਕ ਤਰੀਕਾ ਇੱਥੇ ਚਲਾਉਂਦੇ ਹਾਂ, ਉਹ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜਾ ਸਾਰਿਆਂ 'ਚ ਅਸੀਂ ਵਰਤ ਲਾਂਗੇ। ਜਿਹੜੇ ਬੁੱਕ ਦੇ ਵਿੱਚ ਦਿੱਤੇ ਹੋਏ ਤਰੀਕੇ ਉਹ ਅੱਡ ਹਰ ਇੱਕ 'ਚੋਂ ਨੇ ਅੱਡ ਤਰੀਕਾ ਲਾਇਆ ਹੋਇਆ।
ਤਾਂ ਆਪਾਂ ਕੀ ਕਰਦੇ ਹਾਂ, ਇੱਕ ਤਰੀਕਾ ਹੀ ਬਣਾ ਲੈਂਦੇ ਹਾਂ, ਉਹਦੇ ਨਾਲ ਹੀ ਸਾਰੇ ਕੁਐਸਚਨਸ ਕਰਨਾ ਹੈ। ਇਹਨੂੰ ਅਸੀਂ ਕੀ ਕਰੀਏ 90 ਨਾਲ ਕਰ ਦਈਏ ਡਿਵਾਈਡ। 90 ਨਾਲ ਡਿਵਾਈਡ ਕਰੋਗੇ ਤਾਂ ਕੀ ਆ ਜਾਊਗਾ 90 ਦੂਣਾ 180 ਹੁੰਦੇ ਆ, 180 ਬਚ ਗਏ 6, ਉਤਾਰਿਆ 0, ਭਾਗ ਨਹੀਂ ਜਾਂਦਾ ਤਾਂ 0 ਵਾਰੀ ਭਾਗ ਜਾਏਗਾ ਨਾ। ਇੱਕ ਵਾਰੀ ਭਾਗ ਜ਼ਰੂਰ ਦੇ ਦੇਣਾ, ਜਦੋਂ ਕੋਈ ਅੰਕ ਅਸੀਂ ਉਤਾਰਦੇ ਆ ਨਾ ਇੱਥੇ ਛੱਡ ਨਹੀਂ ਦੇਈਦਾ ਹੁੰਦਾ, ਤੁਸੀਂ ਆਖੋ ਵੀ ਜਲਦੀ 2 ਨਾਲ ਹੀ ਭਾਗ ਜਾਊਗਾ, 2 ਨਾਲ ਨਹੀਂ ਜਾਏਗਾ। ਬਹੁਤ ਬੱਚੇ ਇੱਥੇ ਮਿਸਟੇਕ ਕਰਦੇ ਆ, ਜਦੋਂ ਅਸੀਂ ਕੋਈ ਅੰਕ ਹੇਠਾਂ ਉਤਾਰਦੇ ਹਾਂ ਉਹਦੇ ਤੇ ਇੱਕ ਵਾਰੀ ਜ਼ਰੂਰ ਭਾਗ ਦੇਈਦਾ, ਜੇ ਨਹੀਂ ਜਾਂਦਾ ਤਾਂ 0 ਵਾਰੀ ਭਾਗ ਜਾਏਗਾ। ਤਾਂ ਇਹ ਹੁਣ ਕੀ ਬਣ ਗਿਆ ਦੇਖੋ, ਜਿਹੜਾ ਇਹ 1860 ਸੀਗਾ ਇਹ ਹੁਣ ਕੀ ਬਣ ਗਿਆ, ਇਹਨੂੰ 90 ਗੁਣਾ 20 ਲਿਖ ਸਕਦੇ ਹਾਂ, 20 ਗੁਣਾ 90 ਪਲੱਸ ਜਿਹੜਾ ਬਾਕੀ ਬਚ ਗਿਆ ਹੇਠਾਂ 60 ਬਚਦਾ ਸੀਗਾ ਉਹ ਆਪਾਂ ਲਿਖਿਆ, ਆ ਇਹਦਾ ਰਿਮਾਈਂਡਰ ਬਚ ਗਿਆ ਹੈ ਨਾ, ਇਹਦੇ ਵਿੱਚ ਜੋੜ ਦੇਣਾ 60। ਇਸ ਤਰੀਕੇ ਨਾਲ ਇਹਨੂੰ ਬਦਲ ਲੈਣਾ ਸਵਾਲ ਨੂੰ। ਇਹ ਕੀ ਬਣ ਗਿਆ ਦੇਖੋ, ਸਾਈਨ 20 × 90 ਪਲੱਸ 60 ਬਣ ਗਿਆ। ਹੁਣ ਤੁਹਾਨੂੰ ਪਤਾ 90 ਚੌਕੇ 360 ਹੁੰਦੇ ਆ, 90 ਚੌਕੇ 360, ਤਾਂ 20 ਦੇ ਵਿੱਚੋਂ 4 ਦੇ ਮਲਟੀਪਲ ਤਾਂ ਚੱਕ ਦਿਓ ਸਿੱਧੀ, 20 ਚੋਂ 4 ਦੇ 20 ਚੋਂ 4 5 20 ਹੁੰਦੇ, 20 ਦੇ 20 ਵੀ ਚੱਕੇ ਜਾਣਗੇ, ਯਾਨੀ ਆਹ ਚੀਜ਼ ਤਾਂ ਖਤਮ ਹੀ ਹੋ ਜਾਊਗੀ। ਇਹ ਪੂਰਾ 4 ਦਾ ਮਲਟੀਪਲ ਹੈ ਨਾ, 4 ਦਾ ਗੁਣਜ ਹੈ, ਯਾਨੀ 4 4 ਇਹ 1 4 ਮਤਲਬ ਜਿਹੜਾ ਹੈਗਾ 360 ਡਿਗਰੀ ਨਾਲ ਇੱਕ ਗੇੜਾ ਖਾਂਦਾ ਨਾ ਉਹ, ਤਾਂ 5 ਗੇੜੇ ਖਾ ਕੇ ਇੰਨੇ ਪੂਰੇ ਹੋ ਜਾਣਗੇ ਆ ਤਾਂ ਇਹਨੂੰ ਤਾਂ ਛੱਡ ਹੀ ਦਿਓ, ਸਾਡੇ ਕੋਲ ਇਕੱਲਾ ਹੀ ਆ ਰਹਿ ਜਾਊਗਾ 60 ਡਿਗਰੀ। ਆ 4 ਦਾ ਮਲਟੀਪਲ ਆ ਨਾ, ਇਹਨੂੰ ਛੱਡ ਹੀ ਦੇਣਾ ਸੀ, ਠੀਕ ਹੈ। ਤੇ ਸਾਈਨ 60 ਦੀ ਤੁਹਾਨੂੰ ਵੈਲਿਊ ਪਤਾ, ਰੂਟ ਦੀ। ਹੋਰ ਕੁਐਸਚਨ ਕਰਨਾ ਫਿਰ ਤੁਹਾਨੂੰ ਕਲੀਅਰ ਹੋਏਗਾ ਇੱਥੇ ਆ ਚੀਜ਼ ਬਾਰੇ। 4 ਦਾ ਮਲਟੀਪਲ ਇੱਥੋਂ ਛੱਡ ਦੇਣਾ ਸੀ, 90 ਗੁਣਾ 4 ਦੇ ਜਿੰਨੇ ਵੀ ਮਲਟੀਪਲ ਹਨ ਸਭ ਛੱਡ ਦੇਣੇ, ਵੱਧ ਤੋਂ ਵੱਧ ਜਿੰਨੇ ਛੱਡ ਸਕਦੇ ਸੀ। ਇੱਥੇ ਪੂਰੇ ਹੀ ਛੱਡੇ ਜਾਣਗੇ ਕਿਉਂਕਿ 4 5 20 ਖੁਦ ਹੀ 4 ਦਾ ਮਲਟੀਪਲ ਆ, ਸਾਰੇ ਹੀ ਛੱਡਿਆ ਜਾਊਗਾ। ਨੈਕਸਟ ਵਾਲੇ 'ਚ ਦੇਖੋ ਤੁਹਾਨੂੰ ਹੋਰ ਕਲੀਅਰ ਹੋਏਗੀ। ਜਿਵੇਂ ਆਹ ਕੁਐਸਚਨ ਹੈ, ਇਹ 'ਚ ਅਸੀਂ ਫਾਈਂਡ ਕਰਨੀ ਆ ਵੈਲਿਊ cos -1710 ਡਿਗਰੀ। ਪਹਿਲਾਂ ਤਾਂ cos ਮਾਈਨਸ ਥੀਟਾ ਦਾ ਤੁਹਾਨੂੰ ਪਤਾ ਹੈ, ਮਾਈਨਸ cos ਮਾਈਨਸ ਥੀਟਾ cos ਥੀਟਾ ਹੀ ਹੁੰਦਾ, ਪਹਿਲਾਂ ਤਾਂ ਮਾਈਨਸ ਬਾਹਰ ਲੈ ਜਾਈਦਾ। ਯਾਦ ਕਰੋ ਫਾਰਮੂਲੇ ਅਸੀਂ ਕਿਤੇ ਸੀਗੇ ਹੁਣੇ, cos ਮਾਈਨਸ ਥੀਟਾ 4th ਕੁਆਡਰੈਂਟ 'ਚ cos ਮਾਈਨਸ ਥੀਟਾ ਦੀ ਵੈਲਿਊ ਜਿਹੜੀ cos ਥੀਟਾ ਹੀ ਹੁੰਦੀ ਹੈ, ਠੀਕ ਹੈ। ਤਾਂ ਇਹਦੇ 'ਚ ਜਦੋਂ ਮਾਈਨਸ ਛੱਡ ਹੀ ਦੇਣਾ, ਬਾਹਰ ਜਾ ਕੇ ਖਤਮ ਹੀ ਹੋ ਜਾਣਾ। ਤਾਂ cos ਮਾਈਨਸ ਥੀਟਾ ਦੇ ਵਿੱਚੋਂ ਪਹਿਲਾਂ ਤਾਂ ਮਾਈਨਸ ਛੱਡਤਾ ਅਸੀਂ, ਮਾਈਨਸ ਜੇ ਆਵੇ ਨਾ ਐਂਗਲ ਦੇ ਨਾਲ ਉਹਨੂੰ ਪਹਿਲਾਂ ਬਾਹਰ ਲੈ ਜਾਓ, ਜੇ ਸਾਈਨ ਮਾਈਨਸ ਥੀਟਾ ਹੁੰਦਾ ਤਾਂ ਇਹਨੇ ਮਾਈਨਸ ਸਾਈਨ ਥੀਟਾ ਬਣ ਜਾਣਾ ਸੀਗਾ, ਠੀਕ ਹੈ। ਤਾਂ ਆ ਤਾਂ ਹੋ ਗਿਆ ਇਸ ਤਰ੍ਹਾਂ। ਹੁਣ ਇਹਨੂੰ ਉਸੇ ਤਰੀਕੇ ਨਾਲ ਡਿਵਾਈਡ ਕਰੀਏ, 1760 ਨੂੰ ਅਸੀਂ ਡਿਵਾਈਡ ਕਰਦੇ ਹਾਂ 90 ਨਾਲ, ਤਾਂ 90 × 90 ਬਚ ਗਿਆ 1, ਇੱਥੋਂ ਬਚ ਗਿਆ 17 ਚੋਂ 90 9 9 81, ਮਗਰਲੀ 0 ਤਾਂ ਖਿਆਲ ਹੀ ਹੈ ਤੁਹਾਨੂੰ, 9 9 81 ਤਾਂ ਪੂਰਾ ਹੀ ਭਾਗ ਚਲਾ ਗਿਆ। ਤਾਂ ਇਹ ਕੀ ਆ ਗਿਆ, cos 19 ਗੁਣਾ 90 ਪਲੱਸ 0 ਬਚਿਆ, ਠੀਕ ਹੈ। ਤਾਂ ਇੱਥੇ ਚੈੱਕ ਕਰੋ ਹੁਣ cos, ਇਹਦੇ 'ਚ ਹੁਣ 4 ਦੇ ਮਲਟੀਪਲ ਵੱਧ ਤੋਂ ਵੱਧ ਜਿਹੜਾ ਉਹ ਛੱਡ ਦੇਣੇ, 4 ਚੌਕੇ 16 ਛੱਡਿਆ ਜਾ ਸਕਦਾ। ਇਹਦੇ 'ਚ ਕਿੰਨਾ ਛੱਡਿਆ ਜਾ ਸਕਦਾ, 16 ਛੱਡਿਆ ਜਾ ਸਕਦਾ, ਪਿੱਛੇ ਕੀ ਰਹਿ ਜਾਊਗਾ 3, ਯਾਨੀ cos 270 ਡਿਗਰੀ ਦਾ ਮੁੱਲ ਆ ਗਿਆ 270। ਹੁਣ ਅਸੀਂ ਇਹਨੂੰ ਕਰਨਾ ਕੀ ਹੈ, ਜਦੋਂ ਇਹ ਤੁਹਾਡੇ ਕੋਲ ਫਸਟ ਕੁਆਡਰੈਂਟ 'ਚ ਪਿਛਲੇ ਸਵਾਲ 'ਚ ਤਾਂ ਪਹਿਲਾਂ ਹੀ ਮਤਲਬ 60 90 ਤੋਂ ਛੋਟਾ ਕੋਣ ਆ ਗਿਆ, ਹੁਣ ਇਹ ਕੀ ਹੈ 90 ਤੋਂ ਵੱਡਾ ਕੋਣ ਹੈ, ਤਾਂ ਇਹਨੂੰ ਅਸੀਂ ਕੀ ਕਰੀਏ, ਜਾਂ ਤਾਂ ਇਹਨੂੰ ਲਿਖ ਲਈਏ 360 ਮਾਈਨਸ 90 ਲਿਖ ਲਈਏ, ਜਾਂ 180 + 90 ਲਿਖ ਲਈਏ, ਜਿਵੇਂ ਮਰਜ਼ੀ ਲਿਖ। ਤਾਂ ਸੁਖਾਲਾ ਇਹ ਹੈ ਵੀ ਇਹਨੂੰ 360 ਮਾਈਨਸ 90 ਲਿਖੀਏ, ਤਾਂ cos 360 ਮਾਈਨਸ ਥੀਟਾ ਕਾਹਦੇ ਬਰਾਬਰ ਹੁੰਦਾ ਹੈ, cos ਥੀਟਾ ਦੀ ਇਕੁਅਲ ਹੁੰਦਾ, ਤੇ cos ਥੀਟਾ ਦੀ ਵੈਲਿਊ ਕਿੰਨੀ ਹੈ ਵੀ cos 90 ਦੀ ਵੈਲਿਊ ਕਿੰਨੀ ਹੁੰਦੀ ਹੈ। ਤਾਂ ਜਦੋਂ ਇਦਾਂ ਦਾ ਸਵਾਲ ਆ ਜਾਏ ਸਾਡੇ ਕੋਲ, ਆਹ ਚੀਜ਼ ਆ ਜਾਵੇ, ਇੱਥੇ ਫਿਰ ਤੁਸੀਂ ਖਿਆਲ ਕਰੋ ਵੀ ਹੁਣੇ ਕਿਹੜੇ ਕੁਆਡਰੈਂਟ 'ਚ ਹੈ, 3rd ਤੇ 4th ਦੇ ਵਿਚਾਲੇ ਹੈ, ਠੀਕ ਹੈ ਕਿ ਨਹੀਂ। ਚਾਹੇ ਤਾਂ ਇਹਨੂੰ 4th ਮਾਈਨਸ ਜਮਾ ਵਿਚਾਲੇ ਹੋਣ ਕਰਕੇ ਅਸੀਂ ਇਹਨੂੰ ਉੱਧਰੋਂ ਵੀ ਮਾਈਨਸ ਕਰ ਸਕਦੇ ਸੀ, ਉੱਧਰੋਂ ਪਲੱਸ ਵੀ ਕਰ ਸਕਦੇ ਸੀ, ਇਹਨੂੰ ਅਸੀਂ 180 + 90 ਵੀ ਲਿਖ ਸਕਦੇ ਸੀਗੇ। ਕੀ ਲਿਖ ਸਕਦੇ ਸੀ,
180 प्लस 90 भी लिख सकते क्योंकि ਜਮਾ ਵਿਚਾਲੇ ਆ ਗਿਆ 360 ਦੇ ਤੇ 180 ਦੇ। ਜੇ ਫੋਰਥ ਕੁਆਡਰੈਂਟ 'ਚ ਹੋਵੇ ਤਾਂ ਇਹਦੇ 'ਚੋਂ ਮਾਈਨਸ ਕਰ ਦਿਓ, ਜੇ ਥਰਡ ਕੁਆਡਰੈਂਟ 'ਚ ਹੋਵੇ ਤਾਂ 180 'ਚ ਪਲੱਸ ਕਰ ਦਿਓ। ਸਾਰਿਆਂ ਨੂੰ ਸਿਖਾਲਾ ਤਰੀਕਾ ਇਹ ਹੁੰਦਾ, ਠੀਕ ਹੈ ਕਿ ਨਹੀਂ? ਪਰ ਇਹ ਕਿਉਂਕਿ ਜਮਾ ਵਿਚਾਲੇ ਸੀਗਾ ਤਾਂ ਅਸੀਂ ਆ ਵੀ ਕਰ ਸਕਦੇ ਸੀ, ਆ ਵੀ ਕਰ ਸਕਦੇ ਸੀ, ਠੀਕ ਹੈ ਕਿ ਨਹੀਂ? ਤਾਂ ਦੋਹਾਂ ਨਾਲ ਹੀ ਆਨਸਰ ਸੇਮ ਹੀ ਆਏਗਾ, ਠੀਕ ਹੈ। ਆਹ ਦੇ ਨਾਲ ਦੇ ਆ ਕੁਐਸਚਨ ਨੇ, ਤੁਸੀਂ ਕਰ ਸਕਦੇ ਹੋ। ਇੱਕ ਕੁਐਸਚਨ ਮੈਂ ਤੁਹਾਨੂੰ ਕਰਾ ਦਿੰਦਾ, ਆਹੀ ਕਰ ਲੈਂਦੇ ਕੋਸੈਕ ਵਾਲਾ, ਹੈ ਨਾ। ਤਾਂ ਕੋਸੈਕ ਮਾਈਨਸ ਥੀਟਾ ਦੀ ਵੈਲਿਊ ਤੁਹਾਨੂੰ ਪਤਾ ਹੈ, ਮਾਈਨਸ ਕੋਸੈਕ ਥੀਟਾ ਹੁੰਦੀ ਹੈ, ਮਾਈਨਸ ਬਾਹਰ ਆ ਗਿਆ ਪਹਿਲਾਂ ਤਾਂ 1410 ਡਿਗਰੀ ਹੋ ਗਈ, ਹੈ ਨਾ। ਫਿਰ ਇਸੇ ਤਰ੍ਹਾਂ 1410 ਨੂੰ ਅਸੀਂ ਡਿਵਾਈਡ ਕਰ ਦਿਆਂਗੇ 90 ਨਾਲ, 90 ਨਾਲ ਡਿਵਾਈਡ ਕਰਾਂਗੇ ਤਾਂ 9 ਏਕਮ 9 90, 90 ਏਕਮ 90 ਆ ਗਿਆ 1 ਤੇ ਇੱਥੇ ਆ ਜਾਊਗਾ 5, ਇੱਥੇ ਆ ਜਾਊਗਾ 0। ਹੁਣ 54 ਤੇ 51 ਤੇ 9 ਦਾ ਭਾਗ 15, 5 ਵਾਰੀ ਜਾਊਗਾ 9 5 45, ਤਾਂ 450 ਮਾਈਨਸ ਹੋ ਕੇ ਰਹਿ ਗਏ 60। ਤਾਂ ਹੁਣ ਅਸੀਂ ਇਹਨੂੰ ਕੀ ਲਿਖ ਸਕਦੇ ਫਿਰ, ਮਾਈਨਸ ਤਾਂ ਬਾਹਰ ਹੈਗਾ, ਕੋਸੈਕ ਜਿਹੜਾ 1410 ਹੈ ਇਹਨੂੰ ਅਸੀਂ ਲਿਖ ਸਕਦੇ ਹਾਂ 15 ਗੁਣਾ 90 ਪਲੱਸ 60 ਇਸ 'ਤੇ, ਹੈ ਨਾ। ਤਾਂ ਇਹ ਹੋ ਗਿਆ ਮਾਈਨਸ ਕੋਸੈਕ। ਹੁਣ ਇਹਦੇ 'ਚੋਂ 4 ਦੇ ਮਲਟੀਪਲ ਛੱਡ ਦਈਏ, ਯਾਨੀ 12 ਛੱਡ ਸਕਦੇ ਸੀ, 4 ਤੀਏ 12 ਹੁੰਦੇ ਨਾ, ਉਹ ਤੋਂ ਬਾਅਦ 3 ਬਚੂਗਾ, 3 ਗੁਣਾ 90 ਪਲੱਸ 60। ਤਾਂ ਇਹ ਹੋ ਗਿਆ ਮਾਈਨਸ ਕੋਸੈਕ। ਇੱਦਾਂ ਹੀ ਰਹਿਣ ਦੇ ਭਾਵੇਂ ਐਂ ਵੀ ਚੱਲ ਜਾਊਗਾ ਕੰਮ ਆਪਣਾ। ਦੇਖੋ 270 ਪਲੱਸ 60 ਹੋ ਗਿਆ, ਹੈ ਨਾ। ਇਸ ਤਰੀਕੇ ਨਾਲ ਵੀ ਕੰਮ ਚਲੋ ਉਸਲੇ 'ਚ ਵੀ ਐਂ ਚੱਲ ਸਕਦਾ ਸੀਗਾ, ਠੀਕ ਹੈ ਕਿ ਨਹੀਂ। ਉੱਥੇ ਵੀ ਆਪਾਂ ਮੈਂ ਤੁਹਾਨੂੰ ਸਮਝਾ ਦੇਣਾ, ਪਹਿਲਾਂ ਇਹਨੂੰ ਕਰ ਲਈਏ। ਤਾਂ ਮਾਈਨਸ ਕੋਸੈਕ 270 ਪਲੱਸ 60 ਦੀ ਵੈਲਿਊ ਸੈਕ 60 ਹੋਏਗੀ, ਤੇ ਇਹ ਮਾਈਨਸ ਵੀ ਹੋਏਗੀ ਕਿਉਂਕਿ ਫੋਰਥ ਕੁਆਡਰੈਂਟ 'ਚ ਜਿਹੜਾ ਫੋਰਥ ਕੁਆਡਰੈਂਟ ਬਣ ਗਿਆ ਨਾ, ਇਹ 270 ਪਲੱਸ ਥੀਟਾ ਫੋਰਥ ਕੁਆਡਰੈਂਟ ਬਣ ਗਿਆ। ਇੱਥੇ ਕੁਆਡਰੈਂਟ ਖਿਆਲ ਕਰ ਲੈਣਾ, ਫੋਰਥ ਕੁਆਡਰੈਂਟ। ਤੇ ਫੋਰਥ ਕੁਆਡਰੈਂਟ 'ਚ ਜਦੋਂ 270 ਪਲੱਸ ਕਰਦੇ ਆ ਤਾਂ ਉਹ ਕੋਸ ਆਪਦੇ ਕੋਚ ਬਦਲ ਜਾਂਦਾ, ਹੈ ਨਾ। ਤਾਂ ਕੋਚ ਬਦਲ ਲਓ ਇਹਨੂੰ, ਤਾਂ ਕੋਚ ਬਦਲ ਕੇ ਕੋਸੈਕ ਦਾ ਉਲਟਾ ਹੋ ਜਾਊਗਾ ਸੈਕ। ਤੇ ਫੋਰਥ ਕੁਆਡਰੈਂਟ 'ਚ ਕੋਸੈਕ ਆ ਜਿਹੜਾ ਨੈਗੇਟਿਵ ਹੁੰਦਾ ਤੇ ਇੱਕ ਮਾਈਨਸ ਸਾਈਨ ਹੋ ਰਿਹਾ, ਤਾਂ ਇਹ ਮਾਈਨਸ ਮਾਈਨਸ ਹੋ ਜਾਊਗਾ ਪਲੱਸ, ਤੇ ਸੈਕ 60 ਇਹਦਾ ਆਨਸਰ ਆ ਜਾਊਗਾ। ਤੇ ਸੈਕ 60 ਦੀ ਵੈਲਿਊ ਕੀ ਹੁੰਦੀ ਆ, ਕੋਸ 60 ਦਾ ਉਲਟਾ। ਕੋਸ 60 ਹੁੰਦਾ 1/2 ਤੇ ਸੈਕ 60 ਹੋਊਗਾ 2/1 ਯਾਨੀ 2, ਠੀਕ ਹੈ ਜੀ। ਤਾਂ 2 ਇਹਦਾ ਆਨਸਰ ਆ ਜਾਊਗਾ। ਇਸ ਤਰੀਕੇ ਨਾਲ ਵੀ ਕਰ ਸਕਦੇ ਸੀ। ਮੈਂ ਦੂਜਾ ਵੀ ਤੁਹਾਨੂੰ ਇੱਥੇ ਦੱਸ ਦਿੰਦਾ। ਦੂਜਾ ਅਸੀਂ ਕੀ ਕਰ ਸਕਦੇ ਸੀਗੇ ਵੀ ਅਸੀਂ ਇਹਨੂੰ ਲਿਖਦੇ ਕੋਸੈਕ। ਹੁਣ ਇਹ ਕੀ ਬਣ ਗਿਆ 330 ਡਿਗਰੀ ਬਣ ਗਿਆ ਨਾ, ਫੋਰਥ ਕੁਆਡਰੈਂਟ ਬਣ ਗਿਆ। ਤੇ ਫੋਰਥ ਕੁਆਡਰੈਂਟ 'ਚ ਤੁਹਾਨੂੰ ਪਤਾ ਹੈ ਵੀ ਇਹਨੂੰ ਇਸ ਤਰੀਕੇ ਨਾਲ ਲਿਖ ਸਕਦੇ ਸੀ ਫਿਰ ਅਸੀਂ ਕੋਸੈਕ 360 ਮਾਈਨਸ 3, ਤੇ ਕੋਸੈਕ ਦਾ ਫਿਰ ਕੋਸੈਕ ਹੀ ਰਹੂਗਾ ਜਦੋਂ 360 ਚੋਂ ਮਾਈਨਸ ਕਰਾਂਗੇ ਤਾਂ ਇਹ ਹੋ ਜਾਊਗਾ ਮਾਈਨਸ ਕੋਸੈਕ 30, ਠੀਕ ਹੈ ਕਿ ਮਾਈਨਸ ਬਾਹਰ ਹੈਗਾ। ਤੇ ਕੋਸੈਕ 30 ਤੇ ਨਾਲ ਇੱਕ ਮਾਈਨਸ ਦਾ ਸਾਈਨ ਹੋਰ ਆਊਗਾ ਕਿਉਂਕਿ ਇਹ ਥਰਡ ਕੁਆਡਰੈਂਟ 'ਚ ਫੋਰਥ ਕੁਆਡਰੈਂਟ 'ਚ, ਤਾਂ ਇਹ ਹੋ ਜਾਊਗਾ ਪਲੱਸ ਦਾ ਕੋਸੈਕ 30। ਤੇ ਕੋਸੈਕ 30 ਦੀ ਵੈਲਿਊ 2 ਹੀ ਹੁੰਦੀ ਹੈ। ਇਸ ਤਰੀਕੇ ਨਾਲ ਕਰ ਸਕਦੇ ਅਸੀਂ। ਕੁਆਡਰੈਂਟ ਦਾ ਖਿਆਲ ਜ਼ਰੂਰ ਕਰ ਲੈਣਾ ਵੀ ਫੋਰਥ ਕੁਆਡਰੈਂਟ ਦੇ ਵਿੱਚ ਕੋਸੈਕ ਦਾ ਮੁੱਲ ਜਾਂ ਸੈਕ ਦਾ ਕੋਸੈਕ ਦਾ ਜਿਹੜਾ ਮੁੱਲ ਹੈ ਨੈਗੇਟਿਵ 'ਚ ਆਊਗਾ। ਚਾਹੇ ਤਾਂ ਉਹਨੂੰ 270 ਪਲੱਸ ਥੀਟਾ ਕਰ ਦਿਓ ਤਾਂ ਵੀ ਨੈਗੇਟਿਵ 'ਚ ਆਊਗਾ, ਤੇ 360 ਮਾਈਨਸ ਥੀਟਾ ਕਰੋਗੇ ਤਾਂ ਵੀ ਨੈਗੇਟਿਵ 'ਚ ਆਊਗਾ। ਤਾਂ ਕੋਸੈਕ ਦਾ ਇੱਥੇ ਕੋਸੈਕ ਰਹਿਣਾ ਸੀ, ਉਹ 'ਚ ਸੈਕ ਬਣ ਜਾਣਾ। ਐਸੇ ਤਰੀਕੇ ਨਾਲ ਇੱਥੇ ਵੀ ਅਸੀਂ ਕਰ ਸਕਦੇ ਸੀਗਾ। 270 ਆ ਗਿਆ ਨਾ, ਸਿੱਧੀ 270 ਦੀ ਵੈਲਿਊ ਯਾਦ ਹੈ ਤਾਂ ਵੀ ਠੀਕ ਹੈ, ਨਹੀਂ ਯਾਦ ਤਾਂ ਅਸੀਂ ਇਹਨੂੰ ਕੀ ਕਰ ਸਕਦੇ ਹਾਂ, ਇੱਥੋਂ ਤਾਂ ਇਹਨੂੰ ਅਸੀਂ ਲਿਖ ਸਕਦੇ ਹਾਂ cos 270 ਪਲੱਸ 0, ਤੇ 270 ਪਲੱਸ 0 ਫੋਰਥ ਕੁਆਡਰੈਂਟ 'ਚ ਆ ਗਿਆ ਤੇ ਇਹਦਾ ਪੋਜ਼ਿਟਿਵ ਰਹੂਗਾ, ਯਾਨੀ cos ਦਾ ਉਲਟਾ ਬਣ ਜਾਊਗਾ sin 0 ਪਲੱਸ ਥੀਟਾ ਨਾ, 270 ਪਲੱਸ ਥੀਟਾ ਤਾਂ sin ਥੀਟਾ ਹੋ ਜਾਂਦਾ ਇਹ, ਤੇ sin 0 ਦੀ ਵੈਲਿਊ 0 ਐਂ ਕਰ ਲਓਗੇ ਤਾਂ ਵੀ ਠੀਕ ਹੈ। ਤਾਂ ਜਿਵੇਂ ਮਰਜ਼ੀ ਕਰ ਲਓ, ਇੱਕ ਮੈਥਡ ਤੁਸੀਂ ਅਪਣਾ ਲੈਣਾ, ਉਹਦੇ ਅਕੋਰਡਿੰਗਲੀ ਚੱਲੇ ਹੋਣਾ। ਚਾਹੇ ਤੈਨੂੰ 270 ਪਲੱਸ ਥੀਟਾ ਕਰਕੇ ਕਰ ਲਓ, ਚਾਹੇ ਇਹਨੂੰ 360 ਮਾਈਨਸ ਥੀਟਾ ਕਰਕੇ ਕਰ ਲਓ, ਤੁਹਾਡੀ ਇੱਛਾ ਹੈ, ਠੀਕ ਹੈ, ਜਿਵੇਂ ਤੁਹਾਨੂੰ ਲੋੜ ਹੈ। ਸੋ ਅੱਜ ਦਾ ਜਿਹੜਾ ਸੀਗਾ ਇੰਨੇ ਇਹਦੇ ਨਾਲ ਦੇ ਰਿਲੇਟਡ ਕੁਐਸਚਨ ਤੁਸੀਂ ਟਰਾਈ ਕਰਨੇ ਆ, ਜੇ ਨਾ ਪਤਾ ਚੱਲਣ ਕੱਲ੍ਹ ਨੂੰ ਪੁੱਛ ਲੈਣੇ ਆ। ਬਸ ਅੱਜ ਦਾ ਜਿਹੜਾ ਸੀਗਾ ਇੰਨਾ ਹੀ।